सतनाम श्री वाहिगुरु साहिब जीओ। एक ओंकार श्री वाहिगुरु जी की फतेह। पातशाही दसवीं। हव्यो बाच बेनती चौपई। हमरी करो हाथ दे रचा। पूरन होए चित्त की इच्छा। तब चरणन मन रहे हमारा। अपना जान करो प्रतिपारा। हमरी करो हाथ दे रचा। पूर्ण हुए चित्त की इच्छा। तब चरणन मन रहे हमारा। अपना जान करो प्रतिपारा। वाहिगुरु जी का खालसा वाहिगुरु जी की फतेह। परम सत्कार ते सन्मानयोग चवर छतर तखत दे मालक, जुगो जुग अटल सर्व सांझी वालता दे पैगंबर, दीन दुनिया दे राखे मनुखता दे सांझे रहबर गुरता गद्दी ते सुभायमान, हलत पलत के रक्षक वाली कुल आलम सरवरे कायनात साहिबे कमाल धन 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 साहिब श्री गुरु ग्रंथ साहिब जी महाराज। सतगुरां दी अपार कृपा बख्शिश रहमत दा सदका आप सरबत माई भाई गुरसिख संगत गुरुद्वारा सिंह शहीदां सुहाना विखे अमृत वेले दे दीवाना च हाजरियां भर के अपना मनुखा जीवन सफल कर रहे हो। बड़भागे हो, धनता दे योग हो। बहुत ही अदब सत्कार नाल आप जी ने इलाही गुरबाणी दे कीर्तन हजूरी रागी जथे दी पावन रसना तो सरवण कीते ने। उपरंत सतगुरु धन श्री गुरु ग्रंथ साहब महाराज जी ने बख्शिश करते हुए कुछ समा हर रोज की तरह आप सारिया कथा का गुरमुख विचारों का बख्शिश किया। आओ इस मिले हुए समय नूं गुरु की बात पा के सफल करिए। धन 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 साहिब श्री गुरु गोबिंद सिंह साहब महाराज जी दी महान रचना सतगुरां दे पावन पवित्र मुखारबिंद तो उचारण की हुई बाणी, जो साडे नितनेम दे विच चौथे नंबर ते पढ़ी जाती है। अमृत संचार करने वेले भी चौथे नंबर ते यह बाणी पढ़ी जाती है। अज लखां की गिणती विच गुरुद्वारा साहिब पूरे संसार विच सुशोभित ने। हर एक गुरु घर दे अंदर अमृत वेले भी इस पावन बाणी का पाठ हुंदा है और संध्या वेले सोदर की बाणी दे विच भी इस पावन पवित्र बाणी का जाप हुंदा है। और अक्सर गाहे बगाहे बहुत प्यार वाले जग्यासु जीव गुरमुख जन तुरदे फिरदे उठदे बैठदे सौंदे जागदे भी इस पावन पवित्र बाणी का जाप करते हैं। इस पावन पवित्र बाणी का नाम है चौपई साहिब। ये पावन बाणी साहिब श्री गुरु गोबिंद सिंह साहब महाराज जी ने बिभौर साहब की धरती ते उचारण की है। जो आनंदपुर साहब तो थोड़ा अगे जाओगे बहुत ही सुंदर दरिया के किनारे वसिया हुआ स्थान है। क्योंकि अक्सर धन गुरु गोबिंद सिंह साहब महाराज कदे कदे बहुती वार आनंदपुर साहब तो
ਬਪੌਰ ਸਾਹਿਬ ਚਲੇ ਜਾਂਦੇ, ਉੱਥੇ ਦੀਵਾਨ ਸਜਣੇ, ਕਵੀ ਦਰਬਾਰ ਹੋਣੇ, ਕੀਰਤਨ ਹੋਣਾ, ਕਥਾ ਹੋਣੀ, ਸਿੱਖਾਂ ਨੇ ਗੱਤਕੇ ਦੇ ਜ਼ੋਰ ਵਿਖਾਉਣੇ। ਬੜੀ ਰਮਣੀਕ ਤੇ ਸੁਹਾਵਣੀ ਥਾਂ ਹੈ ਜਿੱਥੇ ਇਹ ਪਾਵਨ ਪਵਿੱਤਰ ਬਾਣੀ ਦਾ ਆਗਾਜ਼ ਹੋਇਆ। ਇਹ ਬਾਣੀ ਰੱਖਿਆ ਕਰਨ ਵਾਲੀ ਹੈ। ਇਹ ਬਾਣੀ ਦੁਸ਼ਟ ਦੋਖ ਤੋਂ ਬਚਾਉਣ ਵਾਲੀ ਹੈ। ਇਹ ਬਾਣੀ ਮਨ ਦੇ ਵਿੱਚੋਂ ਕਾਲ ਦਾ, ਮੌਤ ਦਾ ਭੈ ਦੂਰ ਕਰਨ ਵਾਲੀ ਹੈ। ਇਹ ਬਾਣੀ ਸਾਨੂੰ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਿਵੇਂ ਕਰਨੀ ਹੈ, ਉਸ ਪਰਮਾਤਮਾ ਦਾ ਬਲ ਅਸੀਂ ਕਿਵੇਂ ਮੰਗਣਾ। ਇਸ ਪਾਵਨ ਬਾਣੀ ਦਾ ਜਾਪ ਕਰਕੇ ਜਦੋਂ ਅਰਦਾਸ ਰੂਪ ਹੀ ਬਾਣੀ ਹੈ ਅਸਲ ਵਿੱਚ ਇਹ ਬੇਨਤੀ, ਕਵਿਓ ਬਾਚ ਬੇਨਤੀ। ਬੇਨਤੀ ਦਾ ਮਤਲਬ ਅਰਦਾਸ। ਇਹ ਅਰਦਾਸ ਕੀਤੀ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉਸ ਪਰਮਾਤਮਾ ਤੋਂ, ਉਸ ਵਾਹਿਗੁਰੂ ਦਾ ਬਲ ਮੰਗਿਆ। ਮੈਂ ਉਸ ਦਿਨ ਵੀ ਬੇਨਤੀ ਕੀਤੀ ਕਿ ਦੋ ਤਰ੍ਹਾਂ ਦਾ ਬਲ ਹੈ, ਇੱਕ ਨਿਜ ਬਲ, ਇੱਕ ਪਰਮਾਤਮਾ ਦਾ ਬਲ। ਜਿੱਥੇ ਕਿਹਾ ਕਿ ਮੈਨੂੰ ਬਚਾ ਲਓ, ਮੇਰੀ ਰੱਖਿਆ ਕਰੋ, ਕਿਹਦੇ ਤੋਂ ਬਚਾਉਣਾ ਉਹ ਸਾਰਾ ਅੱਗੇ ਵਿਸਥਾਰ ਚਾਉਣਾ ਹੈ। ਉਹ ਦੁਸ਼ਟ ਕਿਹੜੇ ਨੇ, ਕਿਸ ਦੋਖ ਤੋਂ ਬਚਾਉਣਾ ਹੈ, ਕਿਸ ਕਾਲ ਦਾ ਡਰ ਹੈ। ਸਰਬ ਠੌਰ ਮੋਹ ਹੋ ਸਹਾਈ, ਸਭ ਬੈਰਨ ਕੋ ਆਜ ਸੰਘਰਿਆ। ਉਹ ਬੈਰੀ ਕਿਹੜੇ ਨੇ, ਇਹ ਸਾਰਾ ਸਤਿਗੁਰੂ ਅੱਗੇ ਜਾ ਕੇ ਜ਼ਿਕਰ ਕਰਨਗੇ। ਲੇਕਿਨ ਇਸ ਪਾਵਨ ਬਾਣੀ ਦੇ ਵਿੱਚ ਬੇਨਤੀ ਕੀਤੀ ਗਈ ਹੈ। ਪਹਿਲਾਂ ਆਪਣੀ ਰੱਖਿਆ ਦੀ ਗੱਲ, ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਇਸ ਅਰਦਾਸ ਵਿੱਚ ਇਹ ਕਿਹਾ ਗਿਆ ਕਿ ਮੇਰਾ ਮਨ ਪਰਮਾਤਮਾ ਤੁਹਾਡੇ ਚਰਨਾਂ ਵਿੱਚ ਜੁੜਿਆ ਰਹੇ। ਬੜੀ ਵੱਡੀ ਗੱਲ ਹੈ। ਮੈਂ ਅੱਗੇ ਚੱਲ ਕੇ ਇਹਦਾ ਵਿਸਥਾਰ ਕਰਾਂਗਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਕਹਿ ਰਿਹਾ ਕਿ ਮਨ ਮੇਰਾ ਪਰਮਾਤਮਾ ਆਪ ਜੀ ਦੇ ਚਰਨਾਂ ਵਿੱਚ ਹਮੇਸ਼ਾ ਹੀ ਸਦਾ ਲਈ ਜੁੜਿਆ ਰਹੇ। ਇਹ ਮੇਰੀ ਅਰਦਾਸ ਹੈ। ਉਸ ਤੋਂ ਬਾਅਦ ਕਿਹਾ ਮੇਰਾ ਪਰਿਵਾਰ ਵੀ ਸੁਖੀ ਵਸੇ, ਮੇਰੇ ਸਿੱਖ ਸੁਖੀ ਵਸਣ। ਜੋ ਵੀ ਅੱਗੇ ਅੱਗੇ ਸਤਿਗੁਰੂ ਪਾਤਸ਼ਾਹ ਨੇ ਉਸ ਪਰਮਾਤਮਾ ਅੱਗੇ ਬੇਨਤੀ ਕੀਤੀ। ਔਰ ਇਹ ਪਰਮਾਤਮਾ ਦਾ ਬਲ ਹੈ। ਉਸ ਵਾਹਿਗੁਰੂ ਤੋਂ ਜੋ ਮੰਗਿਆ ਜਾ ਰਿਹਾ, ਇਹ ਵਾਹਿਗੁਰੂ ਦਾ ਬਲ ਹੈ। ਆਪਣੇ ਬਲ ਨੂੰ ਪਿੱਛੇ ਛੱਡ ਕੇ ਹੀ ਉਸ ਵਾਹਿਗੁਰੂ ਦਾ ਬਲ ਮੰਗਿਆ ਜਾਂਦਾ ਹੈ ਔਰ ਮਿਲਦਾ ਹੈ। ਹੋਏ ਨਿਮਾਣੀ ਟਹਿ ਪਉ ਪੂਰੇ ਸਤਿਗੁਰ ਪਾਸ। ਨਿਮਾਣੇ ਹੋ ਕੇ ਜਦੋਂ ਕੋਈ ਢਹਿੰਦਾ ਹੈ, ਨਿਮਾਣੇ ਹੋ ਕੇ ਢਹਿਣ ਦਾ ਮਤਲਬ ਕਿ ਆਪਣਾ ਬਲ ਛੱਡ ਕੇ, ਆਪਣੀ ਹੋਂਦ ਛੱਡ ਕੇ। ਨਿਜ ਬਲ ਬੰਦਾ ਉਦੋਂ ਛੱਡਦਾ ਜਦੋਂ ਹੰਕਾਰ ਟੁੱਟਦਾ। ਜਿੰਨੀ ਦੇਰ ਤੱਕ ਹੰਕਾਰ ਨੂੰ ਚੋਟ ਨਹੀਂ ਵੱਜਦੀ, ਉਨੀ ਦੇਰ ਤੱਕ ਨਿਜ ਬਲ, ਬਾਹੂ ਬਲ, ਸਿਆਸੀ ਬਲ, ਮਾਇਆ ਦਾ ਬਲ, ਬੜੇ ਬਲ ਨੇ। ਪਰ ਜਦੋਂ ਇਹ ਸਾਰੇ ਬਲ ਟੁੱਟਦੇ ਆ, ਸਾਰੇ ਆਸਰੇ ਟੁੱਟਦੇ ਆ, ਚਾਹੇ ਉਹ ਮਾਂ ਬਾਪ ਦਾ ਆਸਰਾ ਹੈ, ਭੈਣ ਭਰਾਵਾਂ ਦਾ ਆਸਰਾ ਹੈ, ਪੁੱਤਰ ਧੀਆਂ ਦਾ ਆਸਰਾ, ਮਿੱਤਰ ਦੋਸਤਾਂ ਦਾ ਆਸਰਾ, ਪਤੀ ਪਤਨੀ ਦਾ ਆਸਰਾ, ਆਪਣਾ ਨਿਜ ਬਲ, ਜਦੋਂ ਇਹ ਵੀ ਟੁੱਟਦਾ ਹੈ, ਕਹਾ ਵਿਸਾਸਾ ਇਸ ਭਾਂਡੇ ਕਾ ਇਤਨਾ ਕੁ ਲੱਗ ਗਿਆ ਠਣਕਾ, ਮਾੜਾ ਜਿਹਾ ਠਣਕਾ ਵੱਜਣ ਦੀ ਦੇਰ ਹੈ, ਇਹ ਨਿਜ ਬਲ ਵੀ ਟੁੱਟਦਾ ਹੈ, ਮਾਇਆ ਦਾ ਬਲ ਵੀ ਟੁੱਟਦਾ ਹੈ। ਫਿਰ ਇਨਸਾਨ ਅਰਦਾਸ ਕਰਦਾ ਕਿ ਹਮਰੀ ਕਰੋ ਹੱਥ ਦੇ ਵਿੱਚ, ਫਿਰ ਪਰਮਾਤਮਾ ਦਾ ਬਲ ਮੰਗਦਾ। ਸਿਰਫ ਮੈਂ ਸੰਖੇਪ ਬੇਨਤੀ ਕਰਨੀ ਹੈ ਕਿ ਹੁਣ ਦੋ ਬਲ ਹੈ, ਇੱਕ ਨਿਜ ਬਲ ਹੈ, ਇੱਕ ਪਰਮਾਤਮਾ ਦਾ ਬਲ ਹੈ। ਦੋਵੇਂ ਇਕੱਠੇ ਕਿਵੇਂ ਕੰਮ ਕਰਦੇ ਆ? ਅਸੀਂ ਆਮ ਤੌਰ ਤੇ ਕਰਦੇ ਹਾਂ ਕਿ ਜਿੱਥੇ ਪਰਮਾਤਮਾ ਦੇ ਬਲ ਦੀ ਲੋੜ ਹੈ ਉੱਥੇ ਤਲਵਾਰ ਧੂ ਲਈਦੀ ਆ, ਹਥਿਆਰ ਚੱਕ ਲਈਦੇ ਆ, ਤੇ ਜਿੱਥੇ ਤਲਵਾਰ ਚੱਕਣ ਦੀ ਗੱਲ ਹੈ, ਹਥਿਆਰ ਚੱਕਣ ਦੀ ਗੱਲ ਹੈ, ਉੱਥੇ ਪੈਰੀਂ ਪੈ ਜਾਈਦਾ। ਜੋਸ਼ ਤੇ ਹੋਸ਼, ਹੋਸ਼ ਤੇ ਜੋਸ਼, ਇਹ ਦੋਵੇਂ ਪੱਖ ਨੇ ਜੀਵਨ ਦੇ। ਜੋਸ਼ ਚੰਗਾ ਹੈ, ਲੇਕਿਨ ਜੋਸ਼ ਤੋਂ ਪਹਿਲਾਂ ਹੋਸ਼ ਚਾਹੀਦੀ ਹੈ, ਵਿਵੇਕ ਚਾਹੀਦਾ ਹੈ, ਗਿਆਨ ਚਾਹੀਦਾ। ਜੇ ਜੋਸ਼ ਹੋਇਆ, ਜੋਸ਼ ਵਿੱਚ ਹੱਥ 'ਚ ਹਥਿਆਰ ਹੋਇਆ, ਪਰ ਹੋਸ਼ ਨਾ ਹੋਈ ਤੇ ਉਹ ਹਥਿਆਰ ਕਈ ਵਾਰ ਆਪਣਿਆਂ ਵੱਲ ਵੀ ਚੱਲ ਜਾਂਦਾ। ਉਹ ਜੋਸ਼ ਆਪਣਿਆਂ ਦੀਆਂ ਪੱਗਾਂ ਵੀ ਲਾ ਦਿੰਦਾ ਹੈ।
ਉਹ ਜੋਸ਼ ਆਪਣਿਆਂ ਨੂੰ ਬੇਪਤ ਬੇਇੱਜ਼ਤ ਕਰ ਦਿੰਦਾ ਹੈ, ਜੇ ਹੋਸ਼ ਨਾ ਹੋਵੇ, ਜੇ ਵਿਵੇਕ ਗਿਆਨ ਨਾ ਹੋਵੇ। ਕਿਉਂਕਿ ਕ੍ਰੋਧ ਜਿਹੜਾ ਹੈ, ਅੰਧ ਕਰੋਂ ਦ੍ਰਿਗਵੰਤਨ ਕੋ ਸੁਰਤਵੰਤਨ ਕੋ ਬਦ ਰੋ ਕਰ ਡਾਰੂ। ਅੱਖਾਂ ਵਾਲਿਆਂ ਨੂੰ ਅੰਨਾ ਕਰ ਦਿੰਦਾ ਕ੍ਰੋਧ, ਕੰਨਾਂ ਵਾਲਿਆਂ ਨੂੰ ਬੋਲੇ ਕਰ ਦਿੰਦਾ ਕ੍ਰੋਧ। ਜਦੋਂ ਗੁੱਸਾ ਆਉਂਦਾ ਬੰਦਾ ਕਹਿੰਦਾ ਨਾ ਕਿ ਮੈਨੂੰ ਕੁਛ ਨਹੀਂ ਦਿਸਦਾ, ਮੈਨੂੰ ਕੁਛ ਨਹੀਂ ਸੁਣਦਾ, ਉੱਥੇ ਹੋਸ਼ ਖੋ ਬੈਠਦਾ ਹੈ। ਇਸੇ ਕਰਕੇ ਇਹ ਜਦੋਂ ਵਿਕਾਰ ਆਉਂਦੇ ਹੈ, ਬੁੱਧੀ ਤੇ ਸਭ ਤੋਂ ਪਹਿਲਾਂ ਕਬਜ਼ਾ ਕਰਦੇ। ਜਦੋਂ ਬੁੱਧੀ ਤੇ ਕਬਜ਼ਾ ਇਹਨਾਂ ਵਿਕਾਰਾਂ ਦਾ ਹੋ ਜਾਏ, ਫਿਰ ਬੰਦੇ ਨੂੰ ਇਹ ਨਹੀਂ ਹੁੰਦਾ ਕਿ ਉਹਨੂੰ ਕੁਝ ਪਤਾ ਹੀ ਨਹੀਂ ਲੱਗ ਰਿਹਾ। ਪਤਾ ਹੁੰਦਾ ਹੈ, ਪਰ ਹੋ ਜਾਂਦਾ ਹੈ, ਉੱਥੇ ਗਿਆਨ ਕੰਮ ਨਹੀਂ ਕਰਦਾ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਆ, ਕਈ ਵਾਰ ਇਨਸਾਨ ਆਪਣੇ ਨਿੱਜ ਬਲ ਤੇ ਹੀ ਇੰਨੀ ਜ਼ੋਰ ਅਜ਼ਮਾਈ ਕਰਦਾ, ਪਿੱਛੇ ਨਹੀਂ ਮੁੜਦਾ, ਗਵਾ ਬੈਠਦਾ ਬੜਾ ਕੁਛ। ਤੇ ਕਈ ਵਾਰ ਸਾਰੀ ਗੱਲ ਹੀ ਪਰਮਾਤਮਾ ਦੇ ਛੱਡ ਦਿੰਦਾ ਹੈ ਵੀ ਬਸ ਪਰਮਾਤਮਾ ਹੀ ਕਰੇਗਾ, ਜੋ ਕੁਝ ਵੀ ਕਰਨਾ ਉਹਨੇ ਹੀ ਕਰਨਾ, ਆਪਾਂ ਕੀ ਕਰ ਸਕਦੇ ਹਾਂ, ਜਦੋਂ ਉਹਦਾ ਹੁਕਮ ਹੋਏਗਾ ਕਰ ਲਾਂਗੇ, ਦੇਖ ਲਾਂਗੇ। ਬਿਲਕੁਲ ਹੀ ਸਾਰਾ ਕੰਮ ਛੱਡ ਦਿੰਦਾ ਹੈ। ਧਰਮ ਦੀ ਦੁਨੀਆ ਵਿੱਚ ਤਾਂ ਖਾਸ ਕਰਕੇ ਕਿਸੇ ਨੂੰ ਨਸ਼ੇ ਛੱਡਣ ਲਈ ਕਹੋ, ਕਹਿੰਦਾ ਜਦੋਂ ਹੁਕਮ ਹੋਏਗਾ ਛੱਡ ਦਿਆਂਗੇ। ਅੰਮ੍ਰਿਤ ਛਕਣਾ ਜਦੋਂ ਹੁਕਮ ਹੋਇਆ ਛਕ ਲਾਂਗੇ। ਗੁਰੂ ਘਰ ਜਦੋਂ ਹੁਕਮ ਹੋਇਆ ਚਲੇ ਜਾ। ਬਾਕੀ ਕੰਮ ਉਹ ਕਰਦਾ ਹੈ, ਬਾਕੀ ਘਰ ਦੇ ਕੰਮ, ਦੁਕਾਨ ਖੋਲਣੀ ਆ, ਇਹ ਨਹੀਂ ਕਹਿੰਦਾ ਵੀ ਜਦੋਂ ਹੁਕਮ ਹੋਇਆ ਖੁੱਲ ਜਾਏਗੀ, ਜਾਂਦਾ ਹੈ। ਆਫਿਸ ਜਾਣ ਲੱਗਿਆ ਨਹੀਂ ਕਹਿੰਦਾ ਵੀ ਪ੍ਰਮਾਤਮਾ ਆਪੇ ਹੀ ਦੇਖੇਗਾ, ਆਪਾਂ ਕੀ ਲੈਣ ਜਾਣਾ, ਉੱਥੇ ਵੀ ਜਾਂਦਾ ਹੈ। ਧਰਮ ਕਮਾਉਣ ਲੱਗਿਆ ਕਹਿੰਦਾ ਜਦੋਂ ਉਹਦਾ ਹੁਕਮ ਹੋਏਗਾ। ਚਲੋ ਮਨ ਦਾ ਸੁਭਾਅ ਸ਼ਰਾਰਤੀ ਹੈ, ਕਿਤੇ ਨਾ ਕਿਤੇ ਆਪਣੇ ਬਚਣ ਲਈ ਕੋਈ ਨਾ ਕੋਈ ਰਸਤਾ ਲੱਭਦਾ ਹੈ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਆ ਕਿ ਇਹ ਦੋ ਬਲ ਨੇ, ਦੋਵਾਂ ਨੂੰ ਇਕੱਠੇ ਕਿਵੇਂ ਵਰਤਣਾ, ਬਸ ਇੰਨਾ ਹੀ ਸਮਝਣਾ ਹੈ। ਸਤਿਗੁਰੂ ਕਹਿੰਦੇ ਆ, ਪਹਿਲਾਂ ਪ੍ਰਮਾਤਮਾ ਅੱਗੇ ਅਰਦਾਸ ਕਰ, ਆਪਣੇ ਬਲ ਨੂੰ ਪਿੱਛੇ ਰੱਖ, ਆਪ ਪਿੱਛੇ ਖੜ, ਪਹਿਲਾਂ ਉਹਦੇ ਅੱਗੇ ਅਰਦਾਸ ਕਰ। ਇਹ ਨਹੀਂ ਕਿ ਪਹਿਲਾਂ ਪੰਗਾ ਲੈ ਲੈ ਤੇ ਬਾਅਦ ਵਿੱਚ ਅਰਦਾਸ। ਸੁਣਦਾ ਉਦੋਂ ਵੀ ਆ ਉਹ, ਇਹ ਨਹੀਂ ਕਿ ਉਦੋਂ ਨਾਰਾਜ਼ ਹੋ ਜਾਂਦਾ ਜਾਂ ਸੁਣਦਾ ਨਹੀਂ, ਸੁਣਦਾ ਉਦੋਂ ਵੀ ਆ, ਪਰ ਵਰਤਣ ਦਾ ਤਰੀਕਾ ਇਹ ਹੈ। ਤੇ ਸਿੱਖ ਦੀ ਤਾਂ ਸਭ ਤੋਂ ਪਹਿਲੀ ਸਾਂਝ ਤੇ ਸਿੱਖ ਦਾ ਪਹਿਲਾ ਅੰਗ ਕੀ ਹੈ? ਅਰਦਾਸ। ਕਿਉਂਕਿ ਸਿੱਖ ਕੌਮ ਦੀ ਆਰੰਭਤਾ ਹੀ ਅਰਦਾਸ ਤੋਂ ਹੋਈ ਹੈ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਸਾਰੇ ਸੰਸਾਰ ਵਿਸ਼ਵ ਨੇ ਅਰਦਾਸ ਕੀਤੀ, ਜੀਵ ਜੰਤੂਆਂ ਨੇ ਅਰਦਾਸ ਕੀਤੀ, ਧਰਤੀ ਨੇ ਅਰਦਾਸ ਕੀਤੀ ਕਿ ਪ੍ਰਮਾਤਮਾ ਤੈਨੂੰ ਆਪ ਆਉਣਾ ਪਏਗਾ। ਦੁਨੀਆ ਪਾਪ ਗ੍ਰਸੀ ਪ੍ਰਿਥਵੀ, ਇਹ ਪਾਪਾਂ ਵਿੱਚ ਗ੍ਰਸ ਗਈ ਹੈ ਪ੍ਰਿਥਵੀ, ਇਹ ਸਾਰਾ ਸੰਸਾਰ ਵਿਆਕੁਲ ਹੋ ਗਿਆ ਹੈ, ਪਾਪ ਵੱਧ ਗਏ ਨੇ। ਕੋਈ ਇੱਥੇ ਸਾਧ ਨਾ ਦਿਸੈ ਜਗ ਵਿੱਚ ਕੋਆ, ਕੋਈ ਸਾਧ ਨਹੀਂ ਦਿਸ ਰਿਹਾ ਜਿਹੜਾ ਇਹਨਾਂ ਪਾਪਾਂ ਨੂੰ ਠੱਲ ਪਾ ਲਏ। ਇਹ ਸਾਰੀ ਕਾਇਨਾਤ ਦੀ ਅਰਦਾਸ ਹੈ। ਪਰਮਾਤਮਾ ਨੇ ਕਿਹਾ ਫਿਰ ਹੁਣ ਕੀ ਕਰਾਂ? ਉਹ ਕਹਿੰਦੇ ਤੁਹਾਨੂੰ ਆਪ ਆਉਣਾ ਪਏਗਾ, ਤੁਹਾਡੇ ਆਏ ਬਿਨਾਂ ਗੱਲ ਹੀ ਨਹੀਂ ਬਣ ਸਕਦੀ। ਤਾਂ ਫਿਰ ਪਰਮਾਤਮਾ ਆਪ ਆਇਆ, ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਆਇਆ। ਸੁਣੀ ਪੁਕਾਰ ਦਾਤਾਰ ਪ੍ਰਭ, ਪੁਕਾਰ ਕੀਤੀ, ਵਿਸ਼ਵ ਨੇ ਅਰਦਾਸ ਕੀਤੀ, ਮਨੁੱਖਤਾ ਨੇ ਅਰਦਾਸ ਕੀਤੀ, ਸੰਸਾਰ ਨੇ ਅਰਦਾਸ ਕੀਤੀ। ਸਾਰੇ ਪੈਗੰਬਰ ਵੀ ਉਸ ਪਰਮਾਤਮਾ ਵੱਲੋਂ ਭੇਜੇ ਗਏ, ਸਾਰਿਆਂ ਨੂੰ ਕਲਾ ਸ਼ਕਤੀਆਂ ਤਾਕਤਾਂ ਦੇ ਕੇ ਰੱਬ ਨੇ, ਵਾਹਿਗੁਰੂ ਨੇ ਭੇਜਿਆ। ਚਾਹੇ ਹਜ਼ਰਤ ਮੁਹੰਮਦ ਸਾਹਿਬ ਆਏ, ਚਾਹੇ ਪ੍ਰਭੂ ਈਸਾ ਜੀ ਆਏ, ਚਾਹੇ ਕ੍ਰਿਸ਼ਨ ਭਗਵਾਨ ਆਏ, ਚਾਹੇ ਸ਼ਿਵ ਭਗਵਾਨ ਆਏ, ਚਾਹੇ ਰਾਮਚੰਦਰ ਜੀ ਆਏ, ਜਿੰਨੇ ਵੀ ਇਹ ਅਵਤਾਰੀ ਪੁਰਸ਼ ਆਏ, ਰੱਬ ਨੇ ਭੇਜਿਆ। ਸਭ ਨੂੰ ਤਾਕਤਾਂ ਦੇ ਕੇ ਭੇਜਿਆ, ਸ਼ਕਤੀਆਂ ਦੇ ਕੇ ਭੇਜਿਆ। ਪਰ ਕਈ ਵਾਰ ਪਾਪ ਇੰਨਾ ਵੱਧ ਜਾਂਦਾ ਹੈ ਕਿ ਰੱਬ ਨੂੰ ਆਪ ਬੌੜੀ ਕਰਨੀ ਪੈਂਦੀ ਹੈ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਪਰਮਾਤਮਾ ਆਪ ਆਇਆ, ਨਾਮ ਉਹਨੇ ਨਾਨਕ ਰਖਾਇਆ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਵਾਹਿਗੁਰੂ ਆਪ ਕਲਾ ਧਾਰ ਕੇ, ਸਰੀਰ ਧਾਰ ਕੇ ਸਰਗੁਣ ਸਰੂਪ ਵਿੱਚ ਆਇਆ। ਕਿਉਂਕਿ ਨਿਰਗੁਣ ਸਰਗੁਣ ਦੋ ਸਰੂਪ ਨੇ ਪਰਮਾਤਮਾ ਦੇ। ਇੱਕ ਨਿਰਗੁਣ ਜਿਹੜਾ ਨਜ਼ਰ ਨਹੀਂ ਆ ਰਿਹਾ ਲੇਕਿਨ ਸਰਵ ਜਗ੍ਹਾ ਵਿਆਪਕ ਹੈ, ਇੱਕ ਸਰਗੁਣ ਸਰੂਪ ਹੈ। ਕਦੇ ਉਹ ਸਰੀਰ ਵਿੱਚ 10 ਜਾਮਿਆਂ ਚ ਆਏ, ਬੇਅੰਤ ਅਵਤਾਰਾਂ ਦੇ ਜਾਮਿਆਂ ਚ ਆਏ, ਕਿਤੇ ਸ਼ਬਦ ਰੂਪ ਹੋ ਕੇ ਅੱਜ ਉਹ ਸਰਗੁਣ ਸਰੂਪ ਵਿੱਚ ਉਹ ਗੁਰੂ ਨੇ ਆਪਣਾ ਵੇਸ ਸ਼ਬਦ ਬਣਾ ਲਿਆ ਤੇ ਅੱਜ ਵੀ ਉਹ ਵਰਤ ਰਿਹਾ। ਲੇਕਿਨ ਪਿੱਛੇ ਪਰਮਾਤਮਾ ਬਲ ਉਹਦਾ ਹੀ ਕੰਮ ਕਰ ਰਿਹਾ, ਕਰਮ ਉਹਦੇ ਕੰਮ ਕਰ ਰਿਹਾ। ਗੁਰੂ ਨਾਨਕ ਸਾਹਿਬ ਜਦੋਂ ਆ ਰਹੇ ਆ ਨਾ, ਪਰਮਾਤਮਾ ਨੇ ਕਿਹਾ ਨਾਨਕ
ये प्रेम रस का प्याला है, आप भी पियो औरों को पिलाओ। और आज तो बाद मैं पार ब्रह्म परमेश्वर, तू गुर परमेश्वर, तेरे सारे कर्म मेरे कर्म होंगे, जो मर्यादा दृढ़ कराएगा वो मेरी होएगी। जा लोकां थाई ये परम प्याला आप भी पी ते लोकां थाई पिला। वो परम प्याला की सी? अमृत नाम परमेश्वर तेरा, अमृत नाम निधान है मिल पीवो पाई। आही परम प्याला सी वो जिहदे विच परमात्मा ने अपना शब्द परोस के भेजा। अमृत नाम निधान है मिल पीवो पाई। जिन्हें जिन्हें भी ये अमृत नाम पीता, पी रहे आ जां पीता पी के माणिया, सब तिखा बुझाई, सारियां उन्हां दे मन दीयां प्यासां बुझ गईयां। कहण दा मतलब परमात्मा दा बल लैके, वाहिगुरू दी ताकत लैके तुरे आ, परमेश्वर तो ताकत लैके तुरे आ। मारे कहंदे आ दोवें बल उदों ये वरतने इस तरह है, पहला परमात्मा अगे अरदास कर। ताही तां एक वचन आउंदा ना, शेखा अंदरों जोर छड्ड। शेख दा मतलब एक बुजुर्ग, एक सियाणा, एक दानशमंद, एक ज्ञानवान, एक रब दे बड़ा नेड़े होने वाला। इस्लाम धर्म में शेख किया जाता किसी ज्ञानी आलम फाजल नूं, किसी दानशमंद नूं, किसी गुणी ज्ञानी नूं, जिवें अपने संत किया जाता है, ब्रह्म ज्ञानी किया जाता है, महापुरुष किया जाता है, कथावाचक किया जाता है, बड़े सत्कार ते शब्द ने। ते इस्लाम धर्म दे विच शेख, जिवें आपां श्लोक शेख फरीद जी होके क्या उत्थे, भगत फरीद जां बाबा फरीद नहीं, शेख फरीद, क्योंकि वो विद्वान ने, वो सियाणे ने, वो आलम फाजल ने। उन्होंने परमात्मा नूं तकिया, परमात्मा उन्हां दी रसना ते बैठ के बोलिया, प्रभ जी बसै साध की रसना। ते हुण निज बल दी गल, जदों अरदास करनी आ उदों अपना बल छड्ड के दोए हथ जोर करो अरदास, तुद भावै तां आणै रास। मैं ताण दीवान तू है मेरे स्वामी, मेरा दुख सुख तुझ ही पास। मेरा मान भी तू, मेरा ताण भी तू, मेरा दुख भी तेरे कोल, मेरा सुख भी तेरे नाल। इन्नी समर्पणता विचों अरदास निकले, अब हम चली ठाकुर पै हार, जब हम शरण प्रभु की आई, राख प्रभु भावें मार। ये समर्पणता दी अरदास है। तो महाराज कहंदे आ इस तरीके नाल उस परमात्मा दे चरनां विच अरदास कर, शेखा अंदरों जोर छड्ड, भौ कर झल गवाए। एवें झल पुणे विच सारा कुछ, अपनी जोर अजमाई विच सब कुछ गवा ना बैठी, रब दा भौ मन विच पैदा कर। उस वाहिगुरू दा भौ तेरे मन विच होवे, डर होवे, अदब दा डर है। ये कोई उस तरह का डर नहीं जिवें आम संसार हर एक गल तो डरदा है। ये सत्कार दा डर है। जिवें श्री गुरु ग्रंथ साहब महाराज की हजूरी विच हुंदा भी कोई झूठे हथ ना किते लग जाण, सिर ना नंगा हो जाए, पिठ ना हो जाए, ये अदब दा डर है, सत्कार दा डर है। इदां दा डर मन विच पैदा होवे ते अच्छा डर उसे दा ही पैदा होएगा जिन्हों तुसीं प्यार करदे हो, जिहदा सत्कार करदे हो। प्यार सत्कार उसे दा ही करोगे जिहदा मन विच डर है। दोवें गल्लां आपस जुड़ियां होईयां। तो मारे कहंदे आ बस उस परमात्मा अगे अरदास कर ते उहनूं इह कहना, वाहिगुरू तू ही किरपा करनी आ, मैं कुछ भी नहीं। मेरे दोवें हथ खड़े आ, मेरे दोवें हथ खड़े आ, मैं कुछ भी नहीं कर सकदा। जिवें बाबा जेठा जी ने कहा, सतगुरु ये थड़ा मैं बना ही नहीं सकता, मेरे तो बनना ही नहीं। क्यों नहीं बनना? जिन्नी देर तक तुसीं मेरे सिर ते हथ नहीं रखदे, जिवें दा तुसीं चाहुंदे हो, ये थड़ा उवें दा नहीं बन सकता, ये नहीं बन सकता। बिधि चंद साहब नूं क्या घोड़े लैके आ जा, ਜਿਹੜੇ शाही किले लाहौर दे विच सिखां दी दसवंध दी माया दे गुरु घर लई खरीदे हुए घोड़े उत्थों दे हुक्मराना ने खोले, तू लैके आओ। कहना सतगुरु मैं किवें लिया सकदा, तुसीं सिर ते हथ रखोगे आ जाणगे। तुहाडे तो बिना थोड़ा मैं बिधि चंद कुछ भी नहीं। जे दुशाले लैण वास्ते भेजिया, सतगुरु दुशाले तां आउणे आ जे तुहाडा सिर ते हथ होएगा। मैं कुछ भी नहीं, हमरा किया कछु ना होए, कर है राम होए हैं सोए। जो तुसी करना उही होना, बस सिर ते हथ रखो, दुशाले भी आ जाणगे, घोड़े भी आ जाणगे। उन्नी देर तक बिधि चंद साहब तुरे नहीं जिन्नी देर तक समर्पणता नाल गुरु हरगोबिंद साहब महाराज दे अरदास नहीं चरनां विच कीती, और जिन्नी देर तक गुरु हरगोबिंद साहब ने सिर ते हथ नहीं रखिया।
ਸਮਰੱਥ ਗੁਰੂ ਸਿਰ ਹੱਥ ਧਰਿਓ। ਗੁਰੂ ਦਾ ਸਿਰ ਤੇ ਹੱਥ ਰੱਖਿਆ ਜਾਣਾ, ਇਸ ਤੋਂ ਵੱਡੀ ਦਾਤ ਕੀ ਹੋ ਸਕਦੀ ਹੈ? ਭਾਵੇਂ ਧੱਕੇ, ਭਾਵੇਂ ਧੀਰੇ ਕਵਨ ਵਡਾਈ ਦੇ, ਗੁਰੂ ਚਾਹੇ ਧੱਕਾ ਮਾਰੇ, ਚਾਹੇ ਸਿਰ ਤੇ ਹੱਥ ਰੱਖੇ, ਗੁਰੂ ਦਾ ਹੱਥ ਤਾਂ ਲੱਗਿਆ ਨਾ। ਗੁਰ ਨਾਨਕ ਜਿਨ ਪਰਸਿਓ, ਹੱਥ ਲੱਗਣਾ ਮਤਲਬ ਪਰਸਣਾ। ਤੇ ਜਿਹਨੇ ਗੁਰੂ ਨੂੰ ਪਰਸ ਲਿਆ, ਸਪਰਸ਼ ਹੋ ਗਿਆ ਗੁਰੂ ਦਾ, ਚਾਹੇ ਗੁਰੂ ਦੇ ਤੁਸੀਂ ਸਤਿਕਾਰ ਨਾਲ ਚਰਨਾਂ ਤੇ ਸੀਸ ਰੱਖੋ, ਚਾਹੇ ਗੁਰੂ ਤੁਹਾਡੇ ਸੀਸ ਤੇ ਹੱਥ ਰੱਖੇ, ਚਾਹੇ ਗੁਰੂ ਨਾਰਾਜ਼ ਹੋ ਕੇ ਧੱਕਾ ਹੀ ਮਾਰਦੇ, ਹੱਥ ਤਾਂ ਲੱਗਿਆ ਨਾ। ਤੇ ਉਹਦੇ ਹੱਥ ਲੱਗਣ ਦੀ ਜਿਹੜੀ ਬਰਕਤ ਹੈ, ਉਹ ਤਾਂ ਜਿਹਨੂੰ ਲੱਗਦਾ ਉਸੇ ਨੂੰ ਪਤਾ ਹੈ। ਜਿਹਨੂੰ ਗੁਰੂ ਦੀ ਸਪਰਸ਼ਤਾ ਮਿਲਦੀ ਹੈ, ਤਿੰਨ ਸਭ ਕੁੱਲ ਕੀ ਉਧਾਰ, ਜਿਹਨੂੰ ਉਹ ਸਪਰਸ਼ਤਾ ਮਿਲੀ, ਸਾਰੀਆਂ ਕੁਲਾਂ ਦਾ ਭਲਾ ਹੋ ਜਾਂਦਾ ਹੈ। ਜਿੰਨੇ ਵੀ ਹੁਣ ਤੱਕ ਜਨਮ ਭੁਗਤੇ ਆ, ਭੋਗੇ ਆ ਅਸੀਂ, ਇੰਨੇ ਜਨਮਾਂ ਵਿੱਚ ਕੀਤੇ ਹੋਏ ਮਾੜੇ ਕਰਮ, ਪਾਪ, ਜੋ ਕੁਝ ਵੀ ਹੈ, ਇੱਕ ਵਾਰ ਗੁਰੂ ਦਾ ਪਾਵਨ ਪਵਿੱਤਰ ਹਸਤ ਕਮਲ ਛੂ ਜਾਏ ਸਾਡੇ ਬਦਨ ਨੂੰ, ਤੇ ਉਹ ਸਾਰੇ ਹੀ ਪਾਪ ਨਸ਼ਟ ਹੋ ਜਾਂਦੇ ਆ। ਬਰਕਤ ਹੈ। ਤਿੰਨ ਸਭ ਕੁੱਲ ਕੀ ਉਧਾਰ, ਸਾਰੀਆਂ ਕੁਲਾਂ ਦਾ ਉਧਾਰ ਹੈ। ਕੋਈ 21 ਕੁਲਾਂ ਜਾਂ ਕੋਈ 100 101 ਕੁਲ ਦੀ ਗੱਲ ਨਹੀਂ, ਸਾਰੀਆਂ ਕੁਲਾਂ। ਆਮ ਅਸੀਂ ਕਹਿੰਦੇ ਨਾ, ਭਾਈ ਸੈਦੇ ਦੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 21 ਕੁਲਾਂ ਤਾਰੀਆਂ, 7 ਨਾਨਕਿਆਂ ਦੀਆਂ, 7 ਦਾਦਕਿਆਂ ਦੀਆਂ, 7 ਸਹੁਰਿਆਂ ਦੀਆਂ। ਹੋਇਆ, ਬਿਲਕੁਲ ਹੋਇਆ। ਪਰ ਜਿਹਨੂੰ ਸਪਰਸ਼ਤਾ ਮਿਲ ਗਈ, ਭਾਈ ਸਭ ਕੁੱਲ ਕੀ ਉਧਾਰ, ਸਾਰੀਆਂ ਕੁਲਾਂ ਦਾ ਉਧਾਰ ਹੁੰਦਾ, ਐਡੀ ਸਪਰਸ਼ਤਾ ਹੈ। ਹਾਂ, ਗੁਰੂ ਦੇ ਚਰਨਾਂ ਚ ਅਰਦਾਸ, ਸਤਿਗੁਰੂ ਜਿਹੜੀ ਅਰਦਾਸ ਗੁਰੂ ਗੋਬਿੰਦ ਸਿੰਘ ਮਹਾਰਾਜ, ਮੈਂ ਤਾਂ ਸਿਰਫ ਬੇਨਤੀ ਕਰ ਰਿਹਾ ਭੂਮਿਕਾ ਦੇ ਵਿੱਚ, ਕਿ ਇੱਕ ਅਰਦਾਸ ਰੂਪ ਵਿੱਚ ਇਹ ਬਾਣੀ ਹੈ। ਇਸ ਬਾਣੀ ਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਵਿੱਚ ਸਥਾਨ ਕੀ ਹੈ? ਇਹ ਬਾਣੀ ਉਚਾਰਨ ਕਿਉਂ ਹੋਈ? ਇੱਥੇ ਆਉਣਾ ਆਪਾਂ। ਪਰ ਇਹ ਸਾਨੂੰ ਅਰਦਾਸ ਵੱਲ ਨੂੰ ਲਿਜਾ ਰਹੀ ਹੈ ਬਾਣੀ। ਵਾਰ-ਵਾਰ ਬੇਨਤੀ ਉਦੋਂ ਕਰਦਾ ਬੰਦਾ ਜਦੋਂ ਨਿਜ ਬਲ ਹਾਰਦਾ, ਜਦੋਂ ਆਪਣਾ ਬਲ ਟੁੱਟਦਾ, ਤਾਂ ਸਤਿਗੁਰੂ ਤੂੰ ਕਿਰਪਾ ਕਰ, ਤੇਰੀ ਸ਼ਕਤੀ ਵਰਤਣੀ ਹੈ, ਤੇਰੀ ਕਿਰਪਾ ਵਰਤਣੀ ਹੈ, ਮੇਰੇ ਕੋਲੇ ਕੁਝ ਵੀ ਨਹੀਂ ਹੈ, ਮੈਂ ਮਾਨੁਖ ਕਹਿ ਕੁਛ ਨਾ ਹੀ ਹਾਥ, ਮੇਰੇ ਹੱਥ ਵਿੱਚ ਕੀ ਹੈ? ਬਸ ਤੂੰ ਆਪਣੀ ਅਜ਼ਮਤ ਕਿਰਪਾ ਵਰਤਾ ਤੇ ਇਹ ਸਭ ਕੁਝ ਹੋ ਜਾਏਗਾ। ਇਸ ਤਰ੍ਹਾਂ ਅਰਦਾਸ ਕਰਦਿਆਂ ਕਰਦਿਆਂ ਇੱਕ ਦਿਨ ਉਸ ਪਰਮਾਤਮਾ ਨੇ, ਵਾਹਿਗੁਰੂ ਨੇ, ਗੁਰੂ ਸਰੂਪ ਹੋ ਕੇ, ਗੁਰੂ ਗੋਬਿੰਦ ਪਰਮਾਤਮਾ ਦਾ ਜਿਹੜਾ ਇਹ ਸਵਰੂਪ ਗੁਰੂ, ਉਹ ਤੁਹਾਡੇ ਸਿਰ ਤੇ ਹੱਥ ਰੱਖੇਗਾ। ਜਦੋਂ ਅਰਦਾਸ ਹੀ ਕਰਦੇ ਰਹੇ, ਜਦੋਂ ਸਮਰਪਣਤਾ ਵਿੱਚੋਂ ਅਰਦਾਸ ਨਿਕਲੀ, ਉਸ ਦਿਨ ਪਰਮਾਤਮਾ ਦਾ ਸਿਰ ਤੇ ਹੱਥ ਰੱਖਿਆ ਜਾਏਗਾ। ਉਹਦਾ ਬਲ ਮਿਲ ਗਿਆ ਨਾ। ਜਦੋਂ ਉਹਦਾ ਪਰਮਾਤਮਾ ਦਾ ਬਲ ਮਿਲਿਆ, ਉਹਨੇ ਬਖਸ਼ਿਸ਼ ਭਰਿਆ ਸਿਰ ਤੇ ਹੱਥ ਰੱਖਿਆ, ਫਿਰ ਮਹਾਰਾਜ ਸਾਹਿਬ ਕਹਿੰਦੇ ਤੇਰੇ ਅੰਦਰ ਦਾ ਨਿੱਜ ਬਲ ਜਾਗਣਾ ਚਾਹੀਦਾ, ਤੇਰੇ ਡੌਲਿਆਂ ਦਾ ਬਲ ਜਾਗਣਾ ਚਾਹੀਦਾ, ਤੇਰੇ ਡੌਲਿਆਂ ਦੀ ਸ਼ਕਤੀ ਜਾਗਣੀ ਚਾਹੀਦੀ ਆ, ਆਪਣਾ ਬਲ ਜਾਗਣਾ ਚਾਹੀਦਾ ਹੈ, ਕਿਉਂਕਿ ਹੁਣ ਤੇਰੇ ਸਿਰ ਤੇ ਉਸ ਪਰਮਾਤਮਾ ਦਾ ਹੱਥ ਰੱਖਿਆ ਗਿਆ, ਉਹਨੇ ਆਪਣਾ ਬਲ ਤੈਨੂੰ ਦੇ ਦਿੱਤਾ। ਭਾਈ ਬਚੇ, ਹੁਣ ਮਸਤ ਹਾਥੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾ ਭਜਾਇਆ ਤਾਂ ਬਚਿੱਤਰ ਸਿੰਘ ਨੇ ਆ, ਪਰ ਹੱਥ ਕਿਹਦਾ ਸਿਰ ਤੇ? ਗੁਰੂ ਨੇ ਆਪਣਾ ਬਲ ਦਿੱਤਾ ਤੇ ਬਚਿੱਤਰ ਸਿੰਘ ਦਾ ਬਲ ਜਾਗ ਪਿਆ। ਤੇ ਹੁਣ ਦੋਵੇਂ ਬਲ ਇਕੱਠੇ ਹੋ ਕੇ, ਜਿਹੜਾ ਹਾਥੀ ਕਿਲਿਆਂ ਦੇ ਦਰਵਾਜ਼ੇ ਤੋੜਨ ਆਇਆ, ਉਹ ਆਪਣੀਆਂ ਫੌਜਾਂ ਨੂੰ ਮਾਰ ਕੇ ਦੌੜ ਗਿਆ। ਇਹ ਦੋ ਬਲ ਇਕੱਠੇ ਹੋ ਗਏ। ਇਹ ਗੁਰੂ ਦਾ ਬਲ। ਚਮਕੌਰ ਦੀ ਗੜੀ ਵਿੱਚ 40 ਜਣੇ ਲੜ ਰਹੇ ਆ, ਲੜੇ ਨਿਜ ਬਲ ਨਾਲ, ਲੇਕਿਨ ਉਦੋਂ ਲੜ ਸਕੇ 1.25 ਲੱਖ ਨਾਲ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣਾ ਬਲ ਬਖਸ਼ ਦਿੱਤਾ। ਜਦੋਂ ਆਪਣਾ ਸਿਰ ਤੇ ਹੱਥ ਰੱਖਿਆ, ਬਾਬਾ ਅਜੀਤ ਸਿੰਘ ਸਾਹਿਬ ਪੌਣੇ 18 ਸਾਲ ਦੀ ਉਮਰ ਚ ਐਡੀ ਵੱਡੀ ਫੌਜ ਦੇ ਵਿੱਚ ਚਲੇ ਗਏ, ਤਰਥੱਲੀ ਮਚਾ ਦਿੱਤੀ। ਬਾਬਾ ਜੁਝਾਰ ਸਿੰਘ ਸਾਹਿਬ ਪੌਣੇ 14 ਸਾਲ ਦੀ ਉਮਰ ਵਿੱਚ ਮੈਦਾਨੇ ਜੰਗ ਚ ਗਏ, ਗੁਰੂ ਦਾ ਬਲ ਲੈ ਕੇ ਗਏ, ਰੱਬ ਦਾ ਬਲ ਲੈ ਕੇ ਗਏ, ਨਿਜ ਬਲ ਜਾਗਿਆ। 10-20 को जख्मी किया, 10-20 को मारा, ਤੇ ਇੱਕਦਮ 4 ਛਪੇਰੇ ਹਾਹਾਕਾਰ ਮਚ ਗਈ। ਤੇ ਇਸ ਤਰ੍ਹਾਂ ਮਹਾਰਾਜ ਸਾਹਿਬ ਕਹਿੰਦੇ ਆ, ਭਾਈ ਜਦੋਂ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਹੈ, ਹੁਣ ਹਾਥੀ ਦਾ, ਜਿਵੇਂ ਮੈਂ ਉਸ ਦਿਨ ਬੇਨਤੀ ਕਰੀ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਜ਼ਿਕਰ ਕੀਤਾ, ਬਲ ਛੁੱਟ ਕੇ ਉਹ ਬੰਧਨ ਪਰੇ, ਕਛੂ ਨਾ ਹੋ ਤੋ ਪਾਏ, ਕਹ ਨਾਨਕ ਆਪੋਟ ਹਰ ਗੱਜ ਜੋ ਹੋ ਸਾਏ। ਹਾਥੀ ਐਡਾ ਤਾਕਤਵਰ ਫੜਿਆ ਗਿਆ। ਚਲੋ ਉਹਦੇ ਕੋਲੇ ਇਦਾਂ ਦੀ ਚੇਤਨਤਾ ਨਹੀਂ ਹੈ, ਇਦਾਂ ਦੀ ਸੁਰਤ ਨਹੀਂ ਹੈ, ਇਦਾਂ ਦਾ ਮਨ ਨਹੀਂ ਹੈ ਜੋ ਇਨਸਾਨੀ ਜਾਮੇ ਵਿੱਚ ਹੈ, ਜੋ ਮਨੁੱਖਤਾ ਕੋਲ ਹੈ। ਫਿਰ ਵੀ ਉਹਨੇ ਅਰਦਾਸ ਕੀਤੀ, ਪਰਮਾਤਮਾ ਤੋਂ ਬਲ ਮੰਗਿਆ।
ਵਾਹਿਗੁਰੂ ਤੋਂ ਬਲ ਮੰਗਿਆ, ਵਾਹਿਗੁਰੂ ਨੇ ਬਲ ਦਿੱਤਾ, ਬਲ ਦੇਣ ਦੇ ਨਾਲ ਬਲ ਹੋਆ ਬੰਧਨ ਛੁੱਟੇ। ਇੰਨੇ ਜਿਹੜੇ ਬੰਧਨ ਪੈ ਗਏ, ਤੇਂਦੂਏ ਦੀ ਜਕੜ ਵਿੱਚ ਆ ਗਿਆ, ਹਿੱਲਿਆ ਨਹੀਂ ਸੀ ਜਾ ਰਿਹਾ। ਰੱਬ ਨੇ ਐਸੀ ਤਾਕਤ ਦਿੱਤੀ, ਉਹ ਜਦੋਂ ਰੱਬ ਦੀ ਬਖਸ਼ਿਸ਼ ਵਰਤੀ, ਉਹਦਾ ਨਿੱਜ ਬਲ ਜਾਗਿਆ ਤੇ ਤੇਂਦੂਏ ਤੋਂ ਖਹਿੜਾ ਛੁੱਟ ਗਿਆ। ਬਲ ਹੋਆ ਬੰਧਨ ਛੁੱਟੇ। ਇਹ ਇਕੱਲੇ ਤੇਂਦੂਏ ਕੋਲੇ ਫੜੇ ਜਾਣ ਦੀ ਗੱਲ ਨਹੀਂ, ਜਿੰਨੇ ਵਿਕਾਰ ਅੰਦਰ ਨੇ ਸਾਰੇ ਤੇਂਦੂਏ ਦੀ ਤਰ੍ਹਾਂ ਹੀ ਨੇ, ਜਿੰਨੇ ਔਗਣ ਨੇ ਇਹ ਤੇਂਦੂਏ ਤੋਂ ਘੱਟ ਨਹੀਂ। ਹਾਥੀ ਦੀ ਤਾਂ ਕੱਲੀ ਲੱਤ ਫੜੀ ਸੀ ਤੇਂਦੂਏ ਨੇ, ਇੱਥੇ ਸਾਰਾ ਕੁਝ ਹੀ ਇਹਨਾਂ ਵਿਕਾਰਾਂ ਦੇ ਕਬਜ਼ੇ ਵਿੱਚ ਹੈ। ਮਨ ਜਿਹੜਾ ਮੈਨੇਜਰ ਹੈ, ਜਿਹਨੇ ਸਾਰੀ ਬਾਡੀ ਨੂੰ, ਸਰੀਰ ਨੂੰ ਕੰਟਰੋਲ ਕਰਨਾ ਹੈ, ਇਹ ਜਿਹੜੇ ਤੇਂਦੂਏ ਵਰਗੇ ਔਗਣ ਨੇ, ਵਿਕਾਰ ਨੇ, ਇਹ ਮਨ ਨੂੰ ਆਪਣੇ ਕਬਜ਼ੇ 'ਚ ਕਰੀ ਬੈਠੇ। ਹੁਣ ਜਹਾਜ਼ ਦੀ ਜੇ ਕੰਪਾਸ ਸਹੀ ਨਾ ਹੋਵੇ ਤੇ ਉਹ ਸਹੀ ਕਿਵੇਂ ਚੱਲੇਗਾ? ਉਹਨੇ ਕੰਪਾਸ ਹੀ ਬਦਲ ਕੇ ਰੱਖ ਦਿੱਤੀ, ਆਪਣੇ ਹਿਸਾਬ ਨਾਲ ਇਹ ਮਨ ਨੂੰ ਚਲਾਇਆ ਜਾ ਰਿਹਾ। ਮਨ ਫਿਰ ਜਿਵੇਂ ਦੀ ਡਾਇਰੈਕਸ਼ਨ ਦਿੰਦਾ ਬੰਦਾ ਉਵੇਂ ਕਰੀ ਜਾਂਦਾ। ਤੇ ਅੱਜ ਵੀ ਜੇ ਗੁਰੂ ਦਾ ਬਲ, ਪਰਮਾਤਮਾ ਦਾ ਬਲ ਮਿਲ ਜਾਏ, ਬਲ ਹੋਆ ਬੰਧਨ ਛੁੱਟ, ਸਾਰੇ ਬੰਧਨ ਟੁੱਟ ਜਾਣਗੇ। ਕਿਉਂਕਿ ਸਤਿਗੁਰਾਂ ਨੇ ਇਹ ਗੱਲ ਬੜੀ ਸਪਸ਼ਟਤਾ ਨਾਲ ਕਹਿ ਦਿੱਤੀ, ਸਤਿਗੁਰ ਸਿੱਖ ਕੇ ਬੰਧਨ ਘਟ ਹੈ। ਜਿੰਨੇ ਵੀ ਬੰਧਨ ਨੇ, ਇਹ ਤੇਂਦੂਏ ਦੀ ਕੱਲੀ, ਹਾਥੀ ਤੇ ਤੇਂਦੂਏ ਦੀ ਤਾਂ ਉਦਾਹਰਨ ਹੈ। ਅੱਜ ਸਾਰੇ ਗਰਸੇ ਹੋਏ ਨੇ ਇਸ ਤੇਂਦੂਏ ਦੇ ਅੱਗੇ, ਸਾਰੇ ਉਸ ਤੇਂਦੂਏ ਦੀ ਪਕੜ ਵਿੱਚ ਨੇ। ਹੁਣ ਅਰਦਾਸ ਕਰਨੀ ਬਣਦੀ ਹੈ, ਅਰਦਾਸ ਦੇ ਵਿੱਚ ਉਸ ਪਰਮਾਤਮਾ ਦਾ ਬਲ ਮੰਗਿਆ ਜਾਵੇ, ਤੇ ਜਦੋਂ ਫਿਰ ਉਹ ਬਲ ਬਖਸ਼ੇ, ਫਿਰ ਨਿੱਜ ਬਲ ਜਾਗੇ। ਨਿੱਜ ਬਲ ਜਦੋਂ ਜਾਗ ਪਿਆ, ਫਿਰ ਅੰਦਰ ਦੇ ਇਹ ਤੇਂਦੂਏ ਨਾਲ ਕਿਵੇਂ ਲੜਨਾ ਹੈ? ਆ ਜਿਹੜੇ ਅੰਦਰ, ਜਿਹਨੂੰ ਮਾਰੇਗਾ ਨਾ, ਹਮਰੇ ਦੁਸ਼ਟ ਸਦਾ ਧਮਕਾਵੋ, ਸਭ ਬੈਰਨ ਕੋ ਆਸੰਗਰੇ, ਅੰਦਰ ਦਾ ਹੀ ਨਾ, ਅੰਦਰ ਦਾ ਕਨਸੈਪਟ ਆ ਸਾਰਾ। ਉਹ ਬਾਹਰਲੇ ਤੇਂਦੂਏ ਨਾਲੋਂ ਕਈ ਗੁਣਾ ਖਤਰਨਾਕ ਹੈ। ਵੱਡੇ ਵੱਡੇ ਰਿਸ਼ੀ ਮੁਨੀ ਉਡਲਾ ਦਿੱਤੇ ਉਹਨੇ, ਇੰਨਾ ਖਤਰਨਾਕ। ਤੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਆ, ਭਾਈ ਜਦੋਂ ਉਹ ਪਰਮਾਤਮਾ ਬਲ ਦਿੰਦਾ ਹੈ, ਫਿਰ ਨਿੱਜ ਬਲ ਜਾਗਦਾ। ਪਹਿਲਾਂ ਉਹਦੇ ਅੱਗੇ ਅਰਦਾਸ ਕਰੋ, ਪਰਮਾਤਮਾ ਦਾ ਬਲ ਮੰਗੋ। ਜਦੋਂ ਉਹਦਾ ਸਿਰ ਤੇ ਹੱਥ ਟਿਕੇਗਾ, ਗੁਰੂ ਬਖਸ਼ਿਸ਼ ਕਰੇਗਾ, ਰਹਿਮਤ ਵਰਤਾਏਗਾ, ਫਿਰ ਨਿੱਜ ਬਲ ਜਾਗਦਾ। ਗੁਰੂ ਹੌਸਲਾ ਦਿੰਦਾ, ਗੁਰੂ ਇੰਨੀ ਅੰਦਰ ਸੂਰਮਤਾਈ ਭਰ ਦਿੰਦਾ ਹੈ, ਅੰਦਰ ਇੰਨਾ ਹੌਸਲਾ ਭਰ ਦਿੰਦਾ ਹੈ, ਡਿੱਗੇ ਹੋਏ ਮਨਾਂ ਨੂੰ ਉੱਚਾ ਚੁੱਕ ਦਿੰਦਾ ਹੈ। ਜਦੋਂ ਔਰੰਗਜ਼ੇਬ ਇੰਨੀ ਕਤਲੋ ਗਾਰਤ ਕਰ ਰਿਹਾ ਹੈ, ਗੁਰੂ ਤੇਗ ਬਹਾਦਰ ਸਾਹਿਬ ਹਿੰਦੂ ਧਰਮ ਦੇ ਵੱਡੇ ਵੱਡੇ ਲੋਕਾਂ ਨੂੰ ਜਾ ਕੇ ਮਿਲੇ, ਮੰਦਿਰਾਂ 'ਚ ਜਾ ਕੇ ਉਹਨਾਂ ਲੋਕਾਂ ਨਾਲ ਚਰਚਾ ਕੀਤੀ, ਉਹਨਾਂ ਦੀਆਂ ਗੱਲਾਂ, ਆ ਹਾਥੀ ਦੀ ਗੱਲ ਵੀ ਉਹਨਾਂ ਨੂੰ ਸੁਣਾਈ ਕਿ ਡਰੋ ਨਾ। ਅੱਜ ਜੇ ਪਰਮਾਤਮਾ ਹਾਥੀ ਨੂੰ ਤੇਂਦੂਏ ਤੋਂ ਬਚਾ ਸਕਦਾ ਹੈ, ਜੇ ਉਹ ਗਨਕਾ ਦੀ ਲਾਜ ਰੱਖ ਸਕਦਾ ਹੈ, ਜੇ ਅਜਾਮਲ ਨੂੰ ਉਤਾਰ ਸਕਦਾ ਹੈ, ਤੁਸੀਂ ਉਸ ਪਰਮਾਤਮਾ ਦਾ ਓਟ ਆਸਰਾ ਲਓ। ਔਰੰਗਜ਼ੇਬ ਕੀ ਚੀਜ਼ ਹੈ? ਉਹਨਾਂ ਦੇ ਡਿੱਗੇ ਹੋਏ ਮਨੋਬਲ ਤਾਂ ਚੱਕੇ। ਗੁਰੂ ਐਵੇਂ ਵਰਤਦਾ ਹੈ। ਗੁਰੂ ਦਾ ਸ਼ਬਦ ਇਹ ਗਿਆਨ ਹੈ। ਜਦੋਂ ਗਿਆਨ ਦਿੰਦਾ ਹੈ, ਗਿਆਨ ਨਾਲ, ਜਿਹਨੂੰ ਅੰਗਰੇਜ਼ੀ ਵਾਲੇ ਕਾਉਂਸਲਿੰਗ ਕਹਿੰਦੇ ਆ, ਕਿ ਕਿਸੇ ਦਾ ਮਨ ਚੇਂਜ ਕਰ ਦੇਣਾ, ਕਿਸੇ ਦਾ ਬ੍ਰੇਨ ਵਾਸ਼ ਕਰ ਦੇਣਾ, ਕਿਸੇ ਦੇ ਢਹਿੰਦੀ ਕਲਾ ਵਾਲੇ ਨੂੰ ਚੜ੍ਹਦੀ ਕਲਾ ਵਿੱਚ ਲੈ ਜਾਣਾ। ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੋਂ ਵੱਡਾ ਚੜ੍ਹਦੀ ਕਲਾ ਵਿੱਚ ਲਿਜਾਣ ਵਾਲਾ ਕੌਣ ਹੈ? ਇਸ ਤੋਂ ਵੱਡਾ ਸਾਨੂੰ ਹੌਸਲਾ ਦੇਣ ਵਾਲਾ ਕੌਣ ਹੈ? ਇਸ ਤੋਂ ਵੱਡੀ ਢਾਰਸ ਦੇਣ ਵਾਲਾ ਕੌਣ ਹੈ? ਤਾਂ ਹੀ ਤਾਂ ਹਰ ਸੁੱਖ ਦੁੱਖ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਦੋਂ ਕੋਈ ਸਹਿਜ ਪਾਠ ਰਖਾਉਂਦਾ, 10-10 ਦਿਨ ਉਹਦੇ ਘਰ ਵਿੱਚ ਬੈਠਦੇ ਆ। ਕੋਈ ਭਾਣਾ ਵਾਪਰਦਾ, 10 ਦਿਨ ਪਹਿਲਾਂ ਜਾ ਕੇ ਉਹਦੇ ਬੈਠ ਜਾਂਦੇ ਆ ਵੀ ਮੇਰੇ ਕੋਲ ਬੈਠ, ਮੇਰੇ ਤੋਂ ਵੱਡਾ ਹੌਸਲਾ ਕਿਹਨੇ ਦੇਣਾ? ਲੋਕ ਤਾਂ ਆਉਂਦੇ ਆ, ਕੋਈ ਆਇਆ 10 ਮਿੰਟ ਬੈਠਾ, ਕੋਈ ਨਹੀਂ ਆਇਆ, ਕੋਈ ਘੰਟਾ ਲਾ ਗਿਆ, ਚਲੇ ਗਏ। ਲੋਕ ਉੱਥੇ ਵੀ ਬੈਠ ਕੇ ਆਪਣੀਆਂ ਗੱਲਾਂ ਕਰਕੇ ਚਲੇ ਜਾਂਦੇ ਆ। ਗੁਰੂ ਗ੍ਰੰਥ ਸਾਹਿਬ ਨੂੰ ਤਾਂ ਇਹੋ ਜਿਹਾ ਕੋਈ ਦੁੱਖ ਹੀ ਨਹੀਂ ਹੈ ਜਿਹੜਾ ਉਹ ਆਪਣਾ ਹੀ ਦੁੱਖੜਾ ਲੈ ਕੇ ਬੈਠ ਜਾਣ, ਦੂਸਰੇ ਦੇ ਦੁੱਖ ਵੰਡਾਉਂਦੇ ਆ। ਸੰਸਾਰ ਜੇ ਦੁੱਖ ਬਣਾਉਣ ਆਏਗਾ ਤਾਂ ਪਹਿਲਾਂ ਨਾਲ ਆਪਣੇ ਵੀ ਦੁੱਖ ਦੀਆਂ ਪੰਡਾਂ ਖੁੱਲੀਆਂ, ਆਪਣੀ ਪੰਡ ਵੀ ਨਾਲ ਹੀ ਖੁੱਲੇਗਾ। ਗੁਰੂ ਨੇ ਇਸ ਤਰ੍ਹਾਂ ਨਹੀਂ ਕਰਨਾ। ਇਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਪਹਿਲਾਂ ਪਰਮਾਤਮਾ ਕੋਲੋਂ ਭਾਈ ਅਰਦਾਸ ਕਰਕੇ, ਅਰਦਾਸ ਇੰਨੀ ਸਮਰਪਣਤਾ 'ਚ ਹੋਵੇ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ। ਜੇ ਰੰਚਕ ਮਾਤਰ ਵੀ ਆਪਣਾ ਬਲ ਕਿਤੇ ਉੱਥੇ ਰਹਿ ਗਿਆ, ਕਿਤੇ ਨਾ ਕਿਤੇ ਸੂਖਸ਼ਮ ਰੂਪ ਵਿੱਚ ਹੰਕਾਰ ਰਹਿ ਗਿਆ, ਆਪਣੇ ਨਿੱਜ ਬਲ ਦੀ ਗੱਲ, ਅਰਦਾਸ ਵੀ ਹੋ ਰਹੀ ਹੈ, ਨਿੱਜ ਬਲ ਵੀ ਨਾਲ ਨਾਲ ਵੀ, ਚਲੋ ਕੋਈ ਨਹੀਂ, ਅਰਦਾਸ ਤਾਂ ਆਪਾਂ ਕਰ ਹੀ ਰਹੇ ਹਾਂ, ਪਰ ਆਪਾਂ ਇਧਰੋਂ ਵੀ ਦੇਖ, ਜੇ ਇੰਨਾ ਰੰਚਕ ਮਾਤਰ ਵੀ, ਰਾਈ ਦੇ ਦਾਣੇ ਜਿੰਨਾ ਵੀ ਜੇ ਫਰਕ ਆ ਗਿਆ, ਫਿਰ ਪਰਮਾਤਮਾ ਦਾ ਬਲ ਨਹੀਂ ਮਿਲਣਾ। ਪਰਮਾਤਮਾ ਨੂੰ ਬਿਲਕੁਲ ਸਪਸ਼ਟਤਾ ਚਾਹੀਦੀ ਹੈ, ਬਿਲਕੁਲ ਪਰਮਾਤਮਾ ਨੂੰ ਮਨ ਜਿਹੜਾ ਸਾਡਾ ਉਹ ਸਾਫ਼ ਹੈ। ਕਿਉਂਕਿ ਗੁਰੂ ਤਾਂ ਜਿਵੇਂ ਇੱਕ ਕਿਰਾਏਦਾਰ, ਕਿਸੇ ਨੇ ਉਹ ਮਕਾਨ ਲੱਭਦਾ ਫਿਰਦਾ ਹੁੰਦਾ ਨਾ, ਕੋਈ ਖਾਲੀ ਘਰ ਮਿਲੇ, ਮੈਂ ਉੱਥੇ ਆ ਕੇ ਰਵਾਂ, ਕੋਈ ਖਾਲੀ ਘਰ ਜਿਹਨੇ ਰਹਿਣਾ ਹੋਵੇ ਕਿਰਾਏ ਤੇ,
ਉਹ ਕਿਰਾਏ ਵਾਲਾ ਖਾਲੀ ਘਰ ਲੱਭਦਾ ਫਿਰਦਾ, ਕੋਈ ਲੱਭੇ ਤੇ ਮੈਂ ਉੱਥੇ ਆ ਕੇ ਟਿਕਾਂ। ਗੁਰੂ ਤਾਂ ਐਵੇਂ ਹੀ ਹਿਰਦੇ ਸਿੱਖਾਂ ਦੇ ਘਰ ਲੱਭਦਾ ਫਿਰਦਾ, ਕੋਈ ਹਿਰਦਾ ਖਾਲੀ ਲੱਭੇ ਤੇ ਮੈਂ ਉੱਥੇ ਬੈਠਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਘਰ ਕਿਹੜਾ ਭਲਾ? ਅਸੀਂ ਕਹਿੰਦੇ ਆਨੰਦਪੁਰ ਸਾਹਿਬ ਦਾ ਵਾਸੀ, ਪਰ ਯਾਦ ਰੱਖਿਓ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਘਰ ਹੈ ਖਾਲਸਾ, ਖਾਲਸੇ ਦਾ ਹਿਰਦਾ, ਇਹ ਗੁਰੂ ਦਾ ਘਰ ਹੈ। ਤਾਂ ਹੀ ਪਾਤਸ਼ਾਹ ਨੇ ਕਿਹਾ ਖਾਲਸਾ मेरो रूप है खास खालसे मैं हो करो निवास। मैं खालसे ਵਿੱਚ ਨਿਵਾਸ ਕਰਦਾ ਭਾਈ, ਪਰ ਕੱਲਾ ਉਹ ਨਹੀਂ ਜਿਹੜਾ ਬਾਹਰੋਂ ਖਾਲਸਾ ਕਹਾ ਰਿਹਾ, ਮੈਂ ਉਸ ਖਾਲਸੇ 'ਚ ਨਿਵਾਸ ਕਰਦਾ ਜਿਹੜਾ ਕਹਾਉਂਦਾ ਨਹੀਂ ਪਰ ਅੰਦਰੋਂ ਬਣ ਗਿਆ। ਅੰਦਰੋਂ ਮਿਲਾਵਟ ਨਿਕਲ ਗਈ, ਅੰਦਰੋਂ ਰੰਚ ਕਮਾ, ਮੈਂ ਪੂਰੀ ਤਰ੍ਹਾਂ ਬਰੀਕੀ ਨਾਲ ਵੇਖਿਆ, ਕੋਈ ਲੇਪ ਸ਼ੇਪ ਕੁਛ ਵੀ ਨਹੀਂ ਰਿਹਾ ਅੰਦਰ। ਹੁਣ ਇੰਨਾ ਸ਼ੁੱਧ ਸਪਸ਼ਟ ਹੋ ਗਿਆ, ਹੁਣ ਉਸ ਟਿਕਾਣੇ ਵਿੱਚ ਮੈਂ ਆਪਣਾ ਉਸ ਘਰ ਵਿੱਚ ਰਹਿਣਾ ਮੈਂ ਸ਼ੁਰੂ ਕਰਨਾ। ਗੁਰੂ ਤਾਂ ਲੱਭਦਾ ਫਿਰਦਾ, ਪਰ ਅਸੀਂ ਕੀ ਕਰਦੇ ਹਾਂ? ਜਿਵੇਂ ਰਾਜੇ ਭੀਮ ਚੰਦ ਨੂੰ ਅਸੀਂ ਕਹਿੰਦੇ ਨਾ ਮੂਰਖ ਸੀ ਉਹ, ਗੁਰੂ ਤੋਂ ਹਾਥੀ ਘੋੜੀ ਮੰਗੀ ਗਿਆ, ਛਲ ਨਾਲ ਮੰਗੇ, ਕਿਉਂਕਿ ਪ੍ਰਸਾਦੀ ਹਾਥੀ ਆ। ਉਸ ਵੇਲੇ ਰਾਜਿਆਂ ਕੋਲੇ ਵੀ ਨਹੀਂ, ਉਹ ਹਾਥੀ ਮੰਗ ਰਿਹਾ ਹੈ। ਪਰ ਇੱਕ ਬੜੀ ਉਸ ਵੇਲੇ ਉਹਨੇ ਕਹਿੰਦੇ ਨੇ ਜਿਹੜਾ ਹਾਥੀ ਮੰਗਿਆ ਚਲਾਕੀ ਨਾਲ, ਉਹਦੇ ਬੇਟੇ ਦਾ ਵਿਆਹ ਪੁੱਤਰ ਦਾ, ਤੇ ਉਹਨੇ ਸੱਦਾ ਭੇਜਿਆ ਮਹਾਰਾਜ ਬਰਾਤ ਜਾਣੀ ਹੈ, ਜੇ ਤੁਸੀਂ ਪ੍ਰਸਾਦੀ ਹਾਥੀ ਘੋੜੇ ਭੇਜੋ ਬਰਾਤ ਦੀ ਹੋਰ ਵੀ ਬੜੀ ਸ਼ੋਭਾ ਹੋਏਗੀ, ਚੜ੍ਹਦੀ ਕਲਾ ਹੋਏਗੀ, ਸੋਹਣਾ ਲੱਗੇਗਾ। ਪਰ ਉਹਨੂੰ ਇਹ ਨਹੀਂ ਪਤਾ ਜਿਸ ਗੁਰੂ ਤੋਂ ਮੰਗ ਰਿਹਾ ਉਹ ਘਟ ਘਟ ਕੇ ਅੰਦਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਉਹ ਭਾਈ ਅੰਦਰ ਦੀਆਂ ਜਾਣਦਾ ਹੈ, ਉਹਦੇ ਨਾਲ ਕਿਹੜਾ ਛਲ ਕਿਹੜਾ ਕਪਟ ਕਰੇਗਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਭੀਮ ਚੰਦ ਤੂੰ ਹਾਥੀ ਮੰਗੀ ਗਿਆ, ਜੇ ਮੈਨੂੰ ਮੰਗ ਲੈਂਦਾ ਮੈਂ ਉਸੇ ਹਾਥੀ ਤੇ ਚੜ ਕੇ ਆਉਣਾ, ਨਾਲ ਮੇਰੇ ਘੋੜੇ ਵੀ ਆ ਜਾਣੇ ਸੀ, ਹਾਥੀ ਵੀ ਮਿਲ ਜਾਣਾ ਸੀ, ਘੋੜੇ ਵੀ, ਤੇ ਗੁਰੂ ਵੀ ਆ ਜਾਂਦਾ। ਪਰ ਇਹ ਗੱਲ ਕੱਲੇ ਭੀਮ ਚੰਦ ਦੀ ਨਹੀਂ, ਗੱਲ ਆਪਣੀ ਵੀ ਹੈ। ਆਪਾਂ ਵੀ ਤਾਂ ਹਾਥੀ ਘੋੜੀ ਮੰਗ ਰਹੇ ਨਾ, ਗੁਰੂ ਨੂੰ ਕਦੋਂ ਕਹਿੰਦੇ ਆ? ਤੇ ਗੁਰੂ ਨੂੰ ਮੰਗੀਏ, ਗੁਰੂ ਉਸੇ ਹਾਥੀ ਘੋੜਿਆਂ ਦੀ ਚੜ ਕੇ ਆਏਗਾ ਦੇਣ। ਜਿਵੇਂ ਭਾਈ ਗੋਪਾਲਾ, ਉਹ ਕਹਿੰਦੇ ਆ ਜਪਜੀ ਸਾਹਿਬ ਦਾ ਪਾਠ ਕਰ ਰਿਹਾ, ਬੜੀ ਭਾਵਨਾ ਚ ਕਰ ਰਿਹਾ। ਗੁਰੂ ਹਰਗੋਬਿੰਦ ਸਾਹਿਬ ਸੁਣ ਰਿਹਾ, ਬੜੇ ਖੁਸ਼ ਹੋਏ, ਮਨ ਚ ਆਇਆ ਵੀ ਇਹ ਸਿੱਖ ਇੰਨੀ ਭਾਵਨਾ ਚ ਪਾਠ ਕਰ ਰਿਹਾ, ਮੈਂ ਦੇਵਾਂ ਕੀ? ਦੇਖੋ ਇਸ ਬਾਣੀ ਦਾ ਸਤਿਕਾਰ ਕਿੱਡਾ ਗੁਰੂ ਸਾਹਿਬ ਦੇ ਮਨ ਚ। ਮਹਾਰਾਜ ਕਹਿ ਰਿਹਾ ਵੀ ਐਡੀ ਭਾਵਨਾ ਨਾਲ ਬਾਣੀ ਪੜ ਰਿਹਾ, ਮੈਂ ਆਪਣਾ ਅੱਜ ਤਖਤ ਹੀ ਦੇ ਦੇਣਾ, ਮੈਂ ਆਪਣਾ ਤਖਤ ਇਹਨੂੰ ਬਿਠਾ ਦੇਣਾ। ਮੇਰੇ ਕੋਲ ਇਸ ਤੋਂ ਵੱਡੀ ਇਸ ਵੇਲੇ ਕੋਈ ਚੀਜ਼ ਨਹੀਂ। ਪਰ ਪਾਠ ਕਰਦਿਆਂ ਕਰਦਿਆਂ ਮਨ ਚ ਆਇਆ ਸਤਿਗੁਰੂ ਕਿਤੇ ਨਾ ਹੋਵੇ ਗੋਪਾਲਿਆ ਤੂੰ ਪਾਠ ਦੀ ਸਮਾਪਤੀ ਕਰੇ, ਗੁਰੂ ਸਾਹਿਬ ਪੁੱਛਣ ਕੀ ਚਾਹੀਦਾ ਤੇ ਤੂੰ ਸੋਚਣ ਚ ਟਾਈਮ ਲਾ ਦੇਵੇਂ, ਤੈਨੂੰ ਪਤਾ ਹੀ ਨਾ ਲੱਗੇ ਕਿ ਪਹਿਲਾਂ ਹੀ ਸੋਚ ਕੇ ਰੱਖ, ਜਦੋਂ ਗੁਰੂ ਨੇ ਪੁੱਛਣਾ ਤੇ ਤੂੰ ਮੰਗਣਾ ਕੀ ਹੈ। ਏਦਾਂ ਦੀ ਕਈ ਵਾਰ ਗੜਬੜ ਹੋ ਜਾਂਦੀ ਹੈ। ਮਨ ਚ ਆਇਆ ਵੀ ਜਿਹੜੇ ਅਰਬੀ ਘੋੜੇ ਆਇਆ ਨਾ ਬੜੇ ਮਹਿੰਗੇ, ਗੁਰੂ ਨੂੰ ਕਹਿਣਾ, ਜਦੋਂ ਕਹਿਣਗੇ ਵੀ ਦੱਸ ਕੀ ਦੇਵਾਂ, ਘੋੜਾ ਮੰਗ ਲਈ। ਸਤਿਗੁਰੂ ਫੇਰ ਤਖਤ ਤੇ ਠੀਕ ਹੋ ਕੇ ਬੈਠ ਗਏ ਵੀ ਚੱਲ ਗੱਲ ਘੋੜਿਆਂ ਤੇ ਆ ਕੇ ਨਿਬੜ ਗਈ। ਮਹਾਰਾਜ ਜਦੋਂ ਸਮਾਪਤੀ ਕਹਿੰਦੇ ਗੋਪਾਲਿਆ ਬੜਾ ਮਨ ਨੂੰ ਸਕੂਨ ਮਿਲਿਆ ਪਾਠ ਸੁਣ ਕੇ। ਸਿੱਖਾਂ ਨੂੰ ਕਿਹਾ ਲਿਆਓ ਇਹਨੂੰ ਇੱਕ ਤਬੇਲੇ ਚੋਂ ਕੀਮਤੀ ਘੋੜਾ ਲਿਆ ਕੇ ਦਿਓ। ਪੈਰਾਂ ਤੋਂ ਲੈ ਕੇ ਸਿਰ ਤੱਕ ਕੰਬ ਗਿਆ, ਹੈ ਮੈਂ ਤਾਂ ਜੇ ਬੋਲਿਆ ਵੀ ਨਹੀਂ। ਇਹ ਪਹਿਲਾਂ ਹੀ ਗੁਰੂ ਨੇ ਬਿਨ ਬੋਲਿਆ ਸਭ ਕੁਝ ਜਾਣਦਾ। ਪਰ ਸਤਿਗੁਰਾਂ ਨੇ ਸਾਰੇ ਸਿੱਖਾਂ ਨੂੰ ਉਸ ਦਿਨ ਕਿਹਾ ਭਾਈ ਜਦੋਂ ਬਾਣੀ ਪੜ ਰਹੇ ਹੋ, ਜਦੋਂ ਜਪਜੀ ਸਾਹਿਬ ਦਾ ਪਾਠ ਕਰ ਰਹੇ ਹੋ, ਉਦੋਂ ਸੁਰਤ ਘੋੜਿਆਂ ਵਿੱਚ ਨਾ ਚਲੀ ਜਾਵੇ। ਘੋੜੇ ਤਾਂ ਇਹ ਛੋਟੀਆਂ ਛੋਟੀਆਂ ਦਾਤਾਂ ਨੇ, ਜਦੋਂ ਗੁਰੂ ਨੇ ਤੁਸੀਂ ਆਪਣੇ ਘਰ ਵਿੱਚ ਲੈ ਗਏ, ਘੋੜੇ ਦੇਣ ਵਾਲਾ ਹੀ ਤੁਹਾਡੇ ਘਰ ਚ ਆ ਗਿਆ, ਹਾਥੀ ਦੇਣ ਵਾਲਾ ਤੁਹਾਡੇ ਹਿਰਦੇ ਚ ਆ ਗਿਆ, ਫਿਰ ਘੋੜੇ ਪਿੱਛੇ ਕਿੱਥੋਂ ਰਹਿ ਜਾਣਗੇ? ਉਦੋਂ ਮਨ ਚ ਘੋੜੇ ਨਾ ਆਉਣ। ਕਹਿੰਦਾ ਮੈਂ ਇੰਨੀ ਸਮਰਪਣਤਾ ਨਾਲ ਅਰਦਾਸ ਕਰੋ ਔਰ ਗੁਰੂ ਤੋਂ ਗੁਰੂ ਨੂੰ ਮੰਗੋ, ਪਰਮਾਤਮਾ ਤੋਂ ਪਰਮਾਤਮਾ ਨੂੰ ਮੰਗੋ। ਜਦੋਂ ਉਹਦਾ ਬਲ ਮੰਗੋਗੇ, ਜਦੋਂ ਉਹਦਾ ਸਿਰ ਤੇ ਹੱਥ ਰੱਖਿਆ ਜਾਏਗਾ, ਫਿਰ ਨਿਜ ਬਲ ਜਾਗਦਾ। ਫਿਰ ਇਹ ਦੋਵੇਂ ਬਲ ਰਲ ਕੇ ਜਿਹੜਾ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਆ, ਇਹ ਦੋਵੇਂ ਫਿਰ ਆਪਣੀ ਜਿਹੜੀ ਕਲਾ ਵਿਖਾਉਂਦੇ ਆ, ਉਹ ਫਿਰ ਇੱਕ ਇਤਿਹਾਸ ਬਣਦਾ ਹੈ, ਉਹ ਇੱਕ ਉਦਾਹਰਨ ਬਣਦੀ ਹੈ, ਇੱਕ ਉਹ ਮਿਸਾਲ ਬਣਦੀ ਹੈ। ਤੋਂ ਸਤਿਗੁਰੂ ਪਾਤਸ਼ਾਹ ਨੇ ਕਿਹਾ ਭਾਈ ਇਹ ਜਿਹੜਾ ਵਾਹਿਗੁਰੂ ਦੇਖੋ ਉਹਦੇ ਚਰਨਾਂ 'ਚ ਸਮਰਪਣਤਾ ਰੱਖੋ। ਸਾਹਿਬ ਰੋਸ ਧਰੋ ਕੇ ਪਿਆਰ, ਉਹ ਚਾਹੇ ਸਾਡੇ ਨਾਲ ਗੁੱਸੇ ਰਵੇ, ਚਾਹੇ ਸਾਨੂੰ ਪਿਆਰ ਕਰੇ, ਪਰ ਅਸੀਂ ਉਹਦੇ ਚਰਨਾਂ ਵਿੱਚੋਂ ਦੂਰ ਨਹੀਂ ਜਾਣਾ। ਦੇਖ ਤਾਂ ਰਹੀ ਆ ਨਾ, ਉਹਦੀ ਨਜ਼ਰ ਤਾਂ ਪੈ ਹੀ ਰਹੀ ਆ, ਭਾਵੇਂ ਉਹ ਗੁੱਸੇ 'ਚ ਹੈ ਭਾਵੇਂ ਪਿਆਰ ਕਰ ਰਿਹਾ, ਪਰ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਅਸੀਂ ਰਹਿਣਾ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਿਹਾ, ਮੈਨੂੰ ਆਪਣੇ ਚਰਨਾਂ ਵਿੱਚ ਰੱਖੋ, ਮੈਂ ਇਹ ਅਰਦਾਸ ਕਰਦੇ ਹਾਂ। ਤੇ ਇਸ ਲਈ ਭਾਈ ਸਿੱਖ ਜਿਹੜਾ ਹੈ ਉਹ ਗੁਰੂ ਕੋਲ ਗਵਾ ਕੇ ਬੈਠਦਾ, ਬਣ ਕੇ ਨਹੀਂ ਬੈਠਦਾ।
ਇੱਕ ਵਾਰ ਰੋਜ਼ਿਆਂ ਦੇ ਦਿਨ ਚੱਲ ਰਹੇ ਸੀ। ਬਾਬਾ ਬੁੱਲੇ ਸ਼ਾਹ ਆਪਣੇ ਹੁਜਰੇ 'ਚ ਬੈਠੇ ਆ, ਬਾਹਰ ਉਹਦੇ ਸੇਵਾਦਾਰ ਬੈਠੇ, ਉਹ ਗਾਜਰਾਂ ਖਾ ਰਹੇ ਆ। ਤੇ ਰੋਜ਼ਿਆਂ ਦੇ ਵਿੱਚ ਕੋਈ ਇਹਨਾਂ ਦਾ ਵਿਧੀ ਵਿਧਾਨ ਹੈ ਕਿ ਹਰ ਵੇਲੇ ਨਹੀਂ ਖਾਂਦੇ, ਕੋਈ ਸਮਾਂ ਹੁੰਦਾ ਹੈ। ਤੇ ਕੁਝ ਮੁਸਲਮਾਨ ਪੀਰ ਫਕੀਰ ਜਾ ਰਹੇ, ਉਹਨਾਂ ਨੇ ਵੇਖਿਆ ਵੀ ਇਹ ਸ਼ਰਅ ਦੇ ਖਿਲਾਫ ਗੱਲ ਕਰ ਰਹੇ ਆ, ਮਰਿਆਦਾ ਤੋਂ ਬਾਹਰ ਹੋ ਕੇ ਗੱਲ ਕਰ ਰਿਹਾ, ਰੋਜ਼ਿਆਂ 'ਚ ਕੁਝ ਖਾਣਾ ਨਹੀਂ ਇਹ ਖਾ ਰਿਹਾ। ਕੁੱਟਣ ਲੱਗ ਪਏ, ਉਹਨਾਂ ਨੂੰ ਮਾਰਿਆ, ਸਜ਼ਾ। ਉਹ ਕਹਿੰਦੇ ਤੁਹਾਨੂੰ ਪਤਾ ਨਹੀਂ ਅਸੀਂ ਕੌਣ ਆ? ਕਹਿੰਦੇ ਕੌਣ? ਅਸੀਂ ਬਾਬਾ ਬੁੱਲੇ ਸ਼ਾਹ ਦੇ ਮੁਰੀਦ ਆ, ਅਸੀਂ ਐਡੇ ਸਾਈਂ ਬੁੱਲੇ ਸ਼ਾਹ ਦੇ ਸੇਵਕ ਆ, ਤੁਸੀਂ ਸਾਨੂੰ ਮਾਰ ਰਹੇ ਹੋ? ਉਹਦੇ ਚੇਲੇ ਆ ਅਸੀਂ। ਇੱਕ ਬਣ ਰਹੇ ਆਪਣੇ ਆਪ ਨੂੰ, ਮਨ ਦੇ ਵਿੱਚ ਹੰਕਾਰ ਆ ਰਿਹਾ ਵੀ ਤੁਹਾਨੂੰ ਪਤਾ ਨਹੀਂ ਸੀ ਕੌਣ, ਸਾਨੂੰ ਕਿਵੇਂ ਮਾਰਿਆ, ਸਾਨੂੰ ਪਤਾ ਸ਼ਰਅ ਦਾ। ਉਹ ਕਹਿੰਦੇ ਜਿਹੋ ਜਿਹਾ ਤੁਸੀਂ ਹੋ ਜਿਹਾ ਤੁਹਾਡਾ ਪੀਰ ਹੋਏਗਾ, ਮਿਲਾਓ ਕਿੱਥੇ ਆ? ਸਾਈਂ ਬੁੱਲੇ ਸ਼ਾਹ ਅੰਦਰ ਰੱਬ ਦੀ ਇਬਾਦਤ ਵਿੱਚ ਜੁੜੇ ਬੈਠੇ ਆ। ਜਦੋਂ ਉਹਨਾਂ ਨੂੰ ਪੁੱਛਿਆ ਤੂੰ ਕੌਣ ਆ, ਤੇਰੇ ਮਰੀਦ ਕੀ ਕਰ ਰਿਹਾ? ਬਾਬਾ ਬੁੱਲੇ ਸ਼ਾਹ ਬੋਲੇ ਨਹੀਂ ਕੁਛ, ਦੋਵੇਂ ਹੱਥ ਏਦਾਂ ਕੀਤੇ। ਕੌਣ ਹੈ ਤੂੰ? ਕਹਿੰਦੇ ਕੁਛ ਵੀ ਨਹੀਂ। ਫਿਰ ਪੁੱਛਿਆ ਕੌਣ? ਉਹ ਕਹਿੰਦੇ ਕੁਛ ਵੀ ਨਹੀਂ। ਜਦੋਂ ਉਹ ਚਲੇ ਗਏ ਤੇ ਸਾਰੇ ਮਰੀਦ ਕਹਿੰਦੇ ਜੀ ਸਾਨੂੰ ਕੁੱਟ ਪੈਂਦੀ ਰਹੀ ਤੇ ਤੁਸੀਂ ਹੱਥ ਦਾ ਇਸ਼ਾਰਾ ਕਰਕੇ ਸਾਰ ਦਿੱਤਾ, ਬੋਲੇ ਕਿਉਂ ਨਹੀਂ ਕੁਛ? ਉਹਨਾਂ ਨਾਲ ਗੱਲ ਕਿਉਂ ਨਹੀਂ ਕੀਤੀ? ਸਾਈਂ ਬੁੱਲੇ ਸ਼ਾਹ ਕਹਿੰਦੇ ਜਦੋਂ ਕੁਛ ਬਣੋਗੇ ਕੁੱਟ ਪਏਗੀ, ਜਦੋਂ ਕਹਿ ਦੋਗੇ ਮੈਂ ਕੁਛ ਵੀ ਨਹੀਂ, ਉਦੋਂ ਤੁਹਾਨੂੰ ਕੋਈ ਕੁਛ ਨਹੀਂ ਕਹੇਗਾ। ਇੱਥੇ ਜਦੋਂ ਕੋਈ ਬਣਨ ਦਾ ਯਤਨ ਕਰੇਗਾ, ਜਿਵੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੋਣਾ, ਇੱਕ ਸੇਵਾ ਪੰਥੀ ਹੋਇਆ ਭਾਈ ਬੁੱਧੂ ਜੀ, ਬੜਾ ਉੱਚਾ ਜੀਵਨ, ਬੜੀ ਉੱਚ ਪਾਏ ਦਾ ਉਹਨਾਂ ਦਾ ਅਵਸਥਾ ਵਾਲਾ ਜੀਵਨ। ਤੇ ਉੱਥੇ ਕੋਈ ਆਏ ਬੰਦੇ, ਉਹਨਾਂ ਨੇ ਕਿਹਾ ਜੀ ਅਸੀਂ ਬੁੱਧੂ ਸਾਹਿਬ ਜੀ ਨੂੰ ਮਿਲਣਾ, ਭਾਈ ਬੁੱਧੂ ਸਾਹਿਬ ਜੀ ਨੂੰ ਮਿਲਣਾ। ਉਹ ਕਹਿੰਦੇ ਜੀ ਬੁੱਧੂ ਸਾਹਮਣੇ ਆ, ਸਾਹਿਬ ਅੰਦਰ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ। ਤੇ ਉਹ ਕਹਿੰਦੇ ਬਈ ਫਿਰ ਉਹ ਨਹੀਂ ਸਮਝ ਆ ਰਹੀ ਸਾਹਮਣੇ ਵਾਲੇ ਨੂੰ, ਉਹ ਕਹਿੰਦੇ ਭਾਈ ਬੁੱਧੂ ਸਾਹਿਬ ਨੂੰ ਮਿਲਣਾ। ਉਹ ਕਹਿੰਦੇ ਜੀ ਮੈਂ ਕਹਿ ਤਾਂ ਰਿਹਾ ਬੁੱਧੂ ਸਾਹਮਣੇ ਖੜਾ, ਸਾਹਿਬ ਅੰਦਰ ਹੈ। ਉਹਨਾਂ ਨੇ ਚਪੇੜ ਮਾਰੀ, ਚਪੇੜ ਮਾਰ। ਜਦੋਂ ਹੋਰ ਸਿੱਖ ਕੋਲ ਆਏ, ਉਹ ਕਹਿੰਦੇ ਵੀ ਅਸੀਂ ਇਹਨੂੰ ਪੁੱਛ ਰਿਹਾ ਸੀ ਭਾਈ ਬੁੱਧੂ ਸਾਹਿਬ ਨੂੰ ਮਿਲਣਾ, ਤੇ ਉਹ ਗੱਲ ਹੀ ਨਹੀਂ, ਜਵਾਬ ਹੀ ਨਹੀਂ ਦੇ ਰਿਹਾ। ਕਹਿੰਦੇ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਵੀ ਬੁੱਧੂ ਸਾਹਮਣੇ ਖੜਾ, ਸਾਹਿਬ ਅੰਦਰ ਹੈ। ਇਹਨਾਂ ਨੂੰ ਗੱਲ ਨਹੀਂ ਸਮਝ ਲੱਗੀ। ਤੇ ਉਸ ਦਿਨ ਭਾਈ ਬੁੱਧੂ ਸਾਹਿਬ ਨੇ ਕਿਹਾ ਸੀ ਮਨਾ, ਜੇ ਤੂੰ ਸਾਹਿਬ ਬਣਨ ਦਾ ਯਤਨ ਕਰੇਗਾ ਤਾਂ ਚਪੇੜਾਂ ਪੈਣਗੀਆਂ, ਜੇ ਸੇਵਕ ਬਣ ਕੇ ਰਹੇਗਾ ਸਤਿਕਾਰ ਮਿਲੇਗਾ। ਆਪਸ ਕੋ ਜੋ ਜਾਣੇ ਨੀਚਾ, 100 ਗੁਣੀਆਂ ਸਭ ਤੇ ਉੱਚਾ। ਜੇ ਤੂੰ ਚਾਕਰ ਨੌਕਰ ਬਣਨ ਦੀ ਥਾਂ ਸਾਹਿਬ ਬਣਨ ਦਾ ਯਤਨ ਕਰੇਗਾ, ਫਿਰ ਤਾਂ ਇਦਾਂ ਹੀ ਮਾਰਾਂ ਪੈਣਗੀਆਂ। ਇੰਨੀ ਸਮਰਪਣਤਾ ਦੇ ਵਿੱਚ ਰਹਿਣਾ ਪੈਂਦਾ ਹੈ, ਇੰਨੀ ਨਿਮਰਤਾ 'ਚ ਰਹਿਣਾ ਪੈਂਦਾ ਹੈ। ਇਸ ਨਿਮਰਤਾ, ਇਸ ਭਾਵ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਅਰਦਾਸ ਕਰ ਰਹੇ ਆ। ਇਸ ਭਾਵ ਦੇ ਵਿੱਚੋਂ ਇਹ ਅਰਦਾਸ ਨਿਕਲੀ ਹੈ। ਤਾਂ ਸਤਿਗੁਰੂ ਕਹਿ ਰਿਹਾ ਭਾਈ, ਜਿਹੜਾ ਇਹ ਚੌਪਈ ਸਾਹਿਬ ਦੀ ਬਾਣੀ, ਇਹ ਦਸਮ ਗ੍ਰੰਥ ਦੀ ਬਾਣੀ ਆ, ਚਰਿਤ੍ਰੋ ਪਖਿਆਨ ਦੇ ਵਿੱਚ ਬਾਣੀ ਹੈ। ਤੇ ਇੱਥੋਂ ਇਹ 400 ਤੋਂ ਉੱਪਰਲੇ ਜਿਹੜੇ ਨੇ ਇਹ ਚਰਿਤ੍ਰੋ ਪਖਿਆਨ ਇੱਥੋਂ ਸ਼ੁਰੂ ਹੁੰਦੇ ਆ, ਅਖੀਰ ਤੇ ਜਾ ਕੇ ਇਹਦੇ ਵਿੱਚ ਸਾਰਾ ਡਿੱਗੇ ਹੋਏ ਆਚਰਣ ਵਾਲੇ ਲੋਕਾਂ ਦਾ ਜ਼ਿਕਰ ਕੀਤਾ ਮਹਾਰਾਜ ਨੇ। ਰਾਜੇ ਰਾਣੀਆਂ ਦੀਆਂ ਕਹਾਣੀਆਂ, ਬੜੀਆਂ ਉਦਾਂ ਦੀਆਂ ਕਹਾਣੀਆਂ ਸੁਣਾਈਆਂ। ਚਲੋ ਆਪਣਾ ਇੰਨਾ ਵੱਡਾ ਉੱਚਾ ਲੈਵਲ ਨਹੀਂ ਕਿ ਆਪਾਂ ਅਜੇ ਇਹਨਾਂ ਗੱਲਾਂ ਨੂੰ ਸਮਝ ਸਕੀਏ, ਤੇ ਇਸੇ ਕਰਕੇ ਬੜੇ ਲੋਕ ਇੱਥੇ ਤਰਕ ਵੀ ਖੜੀ ਕਰਦੇ ਆ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਸਾਹਮਣੇ ਕਿਰਿਆ ਚਰਿਤ੍ਰੋ ਪਖਿਆਨ ਦੇ ਵਿੱਚ ਨੀਵੇਂ ਆਚਰਣ ਵਾਲੇ ਲੋਕਾਂ ਦੀਆਂ ਉਦਾਹਰਨਾਂ ਦੇ ਕੇ, ਜਿੱਥੇ ਕਾਮ ਦੀ ਗੱਲ ਵੀ ਬੜੀ ਖੁੱਲ ਕੇ ਹੈ, ਕ੍ਰੋਧ ਦੀ ਗੱਲ ਵੀ, ਲੋਭ ਦੀ ਗੱਲ ਵੀ, ਵਿਕਾਰਾਂ ਦੀ ਗੱਲ ਬੜੀ ਡਿਟੇਲ ਦੇ ਵਿੱਚ ਮਹਾਰਾਜ ਸਾਹਿਬ ਨੇ ਕੀਤੀ ਆ। ਤੇ ਅਖੀਰ ਤੇ ਜਾ ਕੇ ਹੁਣ ਆਪਣਾ ਨਿੱਜ ਬਲ ਛੱਡ ਕੇ ਪਰਮਾਤਮਾ ਦਾ ਬਲ ਮੰਗਦੇ ਹੋਏ ਅਰਦਾਸ ਕਰ ਰਿਹਾ, ਸਤਿਗੁਰੂ ਆ ਜੋ ਕੁਛ ਮੈਂ ਪਿੱਛੇ ਵਿਖਿਆਨ ਕੀਤਾ ਹੈ, ਜਿਹਦੀ ਵਿਆਖਿਆ ਕੀਤੀ ਹੈ, ਜਿੰਨੀਆਂ ਮੈਂ ਉਦਾਹਰਨਾਂ ਦਿੱਤੀਆਂ ਨੇ, ਇਹਨਾਂ ਤੋਂ ਮੈਂ ਨਹੀਂ ਬਚ ਸਕਦਾ, ਤੁਸੀਂ ਬਚਾਓ। ਇੱਥੇ ਆ ਕੇ ਅਰਦਾਸ ਨਿਕਲ ਰਹੀ ਹੈ। ਚਰਿਤ੍ਰੋ ਪਖਿਆਨ ਦੇ ਦਸਮ ਗ੍ਰੰਥ ਚਰਿਤ੍ਰੋ ਪਖਿਆਨ ਹੈ। ਚਰਿਤ੍ਰੋ ਪਖਿਆਨ ਵਿੱਚ ਸਾਰੀਆਂ ਉਦਾਹਰਨਾਂ ਤੋਂ ਬਾਅਦ ਅਰਦਾਸ ਕਰ ਰਹੇ ਆ। ਉਹਦੇ ਵਿੱਚ ਵਿਕਾਰਾਂ ਦੀ ਗੱਲ ਹੈ, ਕਿਉਂਕਿ ਇਹ ਵਿਕਾਰਾਂ ਵਿੱਚ ਰਿਸ਼ੀ ਮੁਨੀ ਵੀ ਡੁੱਬੇ ਆ। ਇਹਨਾਂ ਵਿਕਾਰਾਂ ਵਿੱਚ ਬੜੇ ਵੱਡੇ ਵੱਡੇ ਮਹਾਰਥੀ ਡੁੱਬ ਗਏ, ਵੱਡਿਆਂ ਵੱਡਿਆਂ ਦੇ ਮਨ ਇੰਦਰ ਦੇਵਤੇ ਵਰਗੇ ਡੋਲ ਗਏ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਆ ਮੈਂ ਨਹੀਂ ਬਚ ਸਕਦਾ, ਪ੍ਰਮਾਤਮਾ ਤੁਸੀਂ ਬਚਾਓ, ਮੇਰੀ ਰੱਖਿਆ ਕਰੋ, ਮੇਰੀ ਰੱਖਿਆ। ਹੁਣ ਇਹ ਅਰਦਾਸ ਹਰ ਇੱਕ ਸਿੱਖ ਦੀ ਆਉਣੀ ਚਾਹੀਦੀ ਆ। ਤੇ ਜਿਵੇਂ ਮਹਾਰਾਜ ਕਹਿੰਦੇ ਆ ਮੇਰੀ ਇਹਨਾਂ ਵਿਕਾਰਾਂ ਤੋਂ ਵੀ ਰੱਖਿਆ ਤੇ ਉਹਨਾਂ ਲੋਕਾਂ ਤੋਂ ਵੀ ਰੱਖਿਆ ਕਰੋ, ਕਿਉਂਕਿ ਮੈਨੂੰ ਰੱਬ ਨੇ ਭੇਜਿਆ ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਮੈਂ ਧਰਮ ਦਾ ਪ੍ਰਚਾਰ ਕਰਨ ਲਈ ਤੁਰਿਆ। ਜਿਹੜੇ ਲੋਕ ਜ਼ੁਲਮ ਕਰ ਰਹੇ ਆ, ਧਰਮ ਦਾ ਪ੍ਰਚਾਰ ਨਹੀਂ ਕਰਨ ਦੇ ਰਹੇ, ਉਹਨਾਂ ਦੁਸ਼ਟ ਦੋਖੀ ਵੈਰੀਆਂ ਤੋਂ ਵੀ ਬਚਾਓ, ਉਹਨਾਂ ਦੁਸ਼ਟ ਦੋਖੀਆਂ ਤੋਂ ਮੈਨੂੰ ਬਚਾਓ। ਤੇ ਮਹਾਰਾਜ ਸਾਹਿਬ ਇਹਨਾਂ ਦੀ ਉਸ ਵਾਹਿਗੁਰੂ ਦੇ ਅੱਗੇ ਅਰਦਾਸ ਕਰ ਰਿਹਾ, ਪਰਮਾਤਮਾ ਅੱਗੇ ਇਹ ਜਿਹੜੀ ਇਹ ਰਚਨਾ ਆਈ, ਜਿਹੜੀ ਅੰਦਰੋਂ ਅਰਦਾਸ ਨਿਕਲੀ,
अरदास तो पहला एक सारा चैप्टर महाराज साहब ने बड़ा विस्तार विच खोल के दसिया है कि भाई जे इन्हां वासनावां तो बचना है, इन्हां विकारां दीयां लहरां तो बचना है, किते डुब ना जाए, फिर तेनों अरदास करनी पैगी, फिर परमात्मा दा बल लेना। भगत नामदेव जी ने तां कीती है ना, लोभ लहर अत नीजर बाजै, काया डूबे केसवा, संसार समुंदे तार गोविंदे तार लै बाप, बीठला अनल बेड़ा हों खेव ना सको, कहते आ तेरा पार ना पाया बीठला, अखीर विच क्या नामा कहे हों तर भी ना जानो, मोको बाहां दे बीठला, मैं कला नहीं तर सकता, वाहिगुरु मैनू अपनी बांह फड़ा दे, अपनी बांह फड़ा दे, मैं तेरी बांह फड़ के पार लंघ जा। परमात्मा का सहारा मंगया जा रहा है, ਉਹਦੇ ਅੱਗੇ ਅਰਦਾਸ ਕੀਤੀ ਜਾ ਰਹੀ ਹੈ। ਭਗਤ ਰਵਿਦਾਸ ਮਹਾਰਾਜ ਨੇ ਵੀ ਉਸ ਪਰਮਾਤਮਾ ਅੱਗੇ ਅਰਦਾਸ ਕੀਤੀ, ਨਾਤ ਕਛੂ ਨਾ ਜਾਣੋ ਮਨ ਮਾਇਆ ਕੇ ਹਾਥ ਬਕਾਨੋ, ਇਨ ਪੰਚਨ ਮੇਰਾ ਮਨ ਜੋ ਵਿਗਾਰਿਓ, ਪਲ ਪਲ ਹਰ ਜੀ ਤੇ ਅੰਦਰ ਪਾਰਿਓ। हे परमात्मा ਆ ਪੰਜ ਵਿਕਾਰਾਂ ਨੇ ਇੰਨਾ ਕ ਅੰਦਰ ਛਲਣੀ ਕਰ ਦਿੱਤਾ, ਇੱਕ ਇੱਕ ਪਲ ਤੇ ਇਹ ਵਾਰ ਕਰ ਰਹੇ ਆ। ਪਲ ਬੜਾ ਛੋਟਾ ਹੁੰਦਾ ਹੈ, ਅੱਖ ਬੰਦ ਕਰਕੇ ਖੋਲਣ ਜਿੰਨੇ ਸਮੇਂ ਦੇ ਵਿੱਚ ਇਹ ਵਿਕਾਰ हर वेले मेरा जेड़ा है अंदर अटैक कर रहा। उधर गुरु गोबिंद सिंह की कह रहे हमरी करो हाथ दे रक्षा। भगत नामदेव साहब भी अरदास कर रहे, भगत रविदास साहब महाराज भी अरदास कर रहे, ते गुरु गोबिंद सिंह को मैं परसों बेनती की थी कि गुरु अर्जन देव महाराज ने भी कहा मैं सब कुछ छोड़ प्रभ तू ही ते आया, उन्होंने भी अरदास की। ते इत्थे गुरु गोबिंद सिंह पातशाह भी अरदास कर रहे। तो इस तरह की भाई ये जिहड़ी अरदास है, क्योंकि जो विकार प्रभाव पाउंदे, मैं पहले बेनती की बुद्ध ते कब्जा करदे फिर चेता भुलदा है, अपनी हस्ती की है स्टेटस की है बंदा भी भुल जाता है। ये विकार जो आउंदे आ, पिछे फौज है ना एक, जो बंदे ते कब्जा करदे दबा लैंदे आ, उहदे ते प्रभाव पाउंदे आ, बंदा भुलदा। अच्छा कईयां नूं याद भी रहिंदा कि मैं कौन है, इहदा नतीजा की होएगा, पर ज्ञान काम नहीं कर रहा उत्थे। जिन्होंने कबीर साहब कहते हैं मन जानत सब बात, जानत ही औगन करे, काहे की कुसलात हाथ दीप, कुएं मरे होना हाथ च दीवा फड़ के कोई खूह च डिगे, रब की करे उत्थे। परमात्मा ने तो दीवा फड़ाया ना, अखां दित्तियां, मत दित्ती, बुद्ध दित्ती, चेता सब कुछ दिता है, ते जे फिर भी कोई खूह च डिगदा है तो सतगुरु पातशाह कहंदे फिर उत्थे की हो सकदा है। ते इन्हां औगणां तो बचण लई किते ऐसा ना होवे, ये माया बड़े रूपा कंचन नारी, मैं जियो लुभत है मोह मीठा माया, घर मंदिर घोड़े खुशी मन अन रस लाया, हर प्रभ चेतना आवी क्यों छूटा मेरे हर राया, मेरे नाम ए नीच कर्म हर मेरे। ते इदां दीयां अरदासां हो रही, गुणवंता हर हर दयाल कर किरपा बख्श अवगुण सब मेरे। इदां दी अरदास जदों सिख दे मन चों निकलदी है, परमात्मा चलो अपने अवगुण कबूल कर लेने भी वड्डी गल है, नहीं तो औगण करके मनते नहीं ना। पर जे कोई मन ले बख्श अवगुण सब मेरे, फिर वह बख्श दिंदा है ते सतगुरु कृपा करदे आ। ते महाराज कहंदे आ भाई ये चौपई साहब की बाणी में बस शायद अज पहले पदे दे आपां अर्थ देख सकीए, चार तरह की माया है। ये बाणी आई, मैं इत्थों बेनती कर रहा, ये चौपई साहब की बाणी आई किस भाव दे विचों है। गुरु गोबिंद सिंह साहब महाराज की रसना ते हमरी करो हाथ दे रचा पूर्ण होए, इदां दे बचन ਇਹਦੇ ਪਿੱਛੇ ਕਾਰਨ। और ये बचन सानू सारिਆਂ ਨੂੰ क्यों पढ़ने ਲਈ ਕਿਹਾ, ਅਸੀਂ हर रोज क्यों पढ़ते हैं, क्योंकि आ माया है। चार तरह विद्वान कहते चार तरह की माया चार रूपों में आती है। पहली है जड़ माया, जिहदा मुल तां है लेकिन खड़ी है, उस घर आउंदे ने, परिवार आउंदे ने, कपड़े आउंदे ने, होर जिहड़ी जड़ जूनी विच पई है, हीरा भी सोना भी, ये भी जड़ माया, कीमती बहुत पर पए है ना। ते एक है चेतन माया, जिहड़ी तुरदी फिरदी है, वासनावां, जिन्हों पातशाह रोक रहा, परत रहा रूप ना पेखा नेत्र। ये नेत्र पराया कुछ भी वेख के लुभाएमान हो जाता है। किसी का घर चंगा लग्या, गड्डी चंगी लगी, कपड़े चंगे लगे, रूप चंगा लग्या, ये मन थिड़क जाता है। ये माया है, चेतनता वाली माया है, ये तुरदी फिरदी माया, ये बड़े रूपा। कबीर आई मुझे पे अनक करे कर भेस, माया बड़े भेस बटा के आई। पर आपां की कीता, कबीर साहब कहते नाको काटी कानो काटी, काट कूट कै डारी। आपां इहदा नक भी कट दिता, कन भी कट दिते, ये माया नूं करूप बना के अपने कोल कहो कबीर संतन की बैरन, तीन लोक की प्यारी। इस माया तो आपां बचा कर लिया, करन वाला परमात्मा, क्योंकि अपना बल छड्डिया, परमात्मा तो बल मंगिया। नहीं इस माया ने
कबीर मान मुनि मुन वर्ग ले, मान सबै को खाए। ये मान हंकार बन के जो माया आई, बड़े वड्डे वड्डे ऋषि मुनियां नूं भी खा गई, बड़े वड्डे वड्डे तपीशरां नूं खा गई। ਜਿਹੜੇ ਜਨਮਾਂ ਦੇ ਬੈਠੇ ਸੀ ਪਹਾੜਾਂ ਦੇ ਵਿੱਚ, ਇੱਕ ਖਿੰਨ ਵਿੱਚ ਉਹਨਾਂ ਦੇ ਜਪ ਤਪ ਸੰਸਾਰ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹੇ। सहस शरीर चिहन पग हुए, तामन पछोताया। शरीर इन्ने करूप हो गए ते संसार दे सामने आउण जोगे नहीं रहे। ये वासना इदां करदी है, ये माया इस तरह करदी है। सतगुरु पातशाह कहंदे आ, एक माया भाई ये है जिन्हों सतगुरु कहंदा कबीर साधु की संगत रहो। गुरु गोबिंद सिंह साहब कह रहे हमरी करो हाथ दे रचा। कबीर साहब कह रहे कबीर साधु की संगत रहो, जौ की भूसी खाओ। कदे भी परमार्थ दे राह ते कल्ले ना तुरियो, रब नूं मिलण चलियो कल्ले ना तुरियो, नाल गुरु नूं लैके तुरियो। क्योंकि ये राह दे इस इश्क दियां लंबियां वाटां, कदम कदम ते 100 घाटां, हर कदम ते इम्तिहान है। हर कदम ते ਜਿਹੜੇ विकार ने किसी ना किसी रूप विच प्रभाव पाउण लई मार्ग तो भटकाउण वास्ते खड़े होए आ। तां ही कबीर साहब कहंदे आ सत संग विच जुड़िया रह, गुरु दे चरनां विच टिकिया रह, गुरु दे अपना मन गुरु दे चरनां विच जोड़ के रख, बस उहदा शुकराना कर, हर वेले नूं अंग संग समझ, हर वेले मन चों अरदास ही निकली जावे मैनूं कुछ नहीं पता, बस तुसीं बचाउणा। समर्पण है, बस मेरी तुसीं रखिया करनी आ वाहिगुरू, मैनूं कुछ नहीं पता। ये उहनूं अंग संग लैके तुरना है। कल्ले तुरांगे ते 4 कदम नहीं पट्टे जाने किसे ना किसे, क्योंकि एक मोड़ लंघ भी गए 4 फिर खड़े अगे, 4 फिर गए 2 लंघ गए 3 खड़े आ फिर अगे। फिर उन्होंने पिछे आसा तृष्णा वासनावां निंदिया चुगली ईर्खा दवैर पता नहीं की कुछ है जेड़ा इंसान नूं हर कदम हर मोड़ ते रोकण दा यतन कर रहा है। होनहार सो होए है साधन संग ना जाओ। महाराज कह रहा संगत किसी गुरमुख की संगत दे विच तुरी, गुरु का शब्द गुरु नूं नाल लैके तुरी, तां तू अपनी मंजिल ते पहुंच सकेगा। कल्ला तुर पिया तां इत्थे डोल जाएगा। ये चेतन माया है जिन्हों सतगुरु कहंदा धरती ता हीरे लाल जड़ती, पलंग लाल जड़ाओ मोहनी मुख मणि सोहै करे रंग बसाओ, मत देख फूलां विसरै तेरा चित ना आवे। ना सारी माया ही है कि इन्ना सोहने पलंगा सोने हीरे चांदी रूप इस्त्रियां औलाद सब नूं वेख के ऐसा ना होवे कि रब नूं भुल जाए, किते हाथी घोड़ियां नाल ना जुड़ जाए, जेड़ा देण वाला उहदे नाल जुड़ी, उस परमात्मा नाल जुड़ी। तो सतगुरु कह रहा है चेतन माया तो बचण वास्ते चौपई साहब की रचना आई है। जदों हमरी करो हाथ दे रक्षा कहोगे, उहदे पिछे ये हुण जदों माया का पता लगता ना भी ये माया इन्ने रूपां च आके ठगदी है। ये ठग है, असल में माया नूं ठग किया गया कि ठग बंदा ना जिहड़े डाकू ने, चोर रात नूं लुटदा है, डाकू दिन दिहाड़े गल ते छुरी ला के लुटदा है, मार भी दिंदा, कतल भी। ठग बंदे कोले कोई हथियार नहीं हुंदा, गल्लां नाल ही लुट के लै जांदा। अगे ठग जिहड़े हुंदे सी ना, उन्होंने गल्ली बाती तुहानूं अपना बना लेना, घंटे 2 घंटे एक दूसरे इन्हां कोल मैं, फिर उन्हां कोल इदां दी बूटी सी जिन्हों संघाउंदे बंदा बेहोश हो जाता लुट के लै जांदे। ये माया ऐसी ठगौरी बूटी है। कबीर साहब कहंदे इन्हें वड्डे वड्डे ठग लाए, वड्डे वड्डे ठगे गए जिहड़े दावे पेश करते सी। तीजी है भाई राजसी माया, जिन्हों जोबन धन प्रभता, प्रभता क्या महाराज ने राजसी, ये भी माया ही है। जदों बंदा इस राह ते चलदा है उदों आले दुआले सरकार दीयां गड्डियां घुम्मण लग पैंदियां ने, स्वार्थी लोग आउण लग पैंदे आ ते ओह अपना स्वार्थ पूरा करन वास्ते अगले नूं कखों हौला करके चले जांदे। किसी काम दा नहीं। राजनीति तुसीं वेख ही रहे हो, इत्थे अपना अपने आप नूं उच्चा चक्कण लई घट जोर लाया जांदा, दूजे नूं नीवां दिखाउण लई ज़्यादा जोर लाया जांदा। किन्ना एक दूसरे के प्रति कूड़ प्रचार, किन्ना आला दुआला जिहड़ा माहौल वह गंदला हो जाता है। उत्थे भी फिर चौपई साहब की बाणी ही कम करती है, हमरी करो हाथ दे रचा। उत्थे भी अरदास करनी बनती है सतगुरु इत्थे लत्तां खिंचण वाले बहुत आ, सिटण वाले बहुत है, कुर्सी तो डिगण वाले बहुत है, ते हुण तू ही कृपा कर हथ दे के रख, ते नहीं मेरे हथ खड़े आ, मैं इन्हां नाल नहीं लड़ सकता। ते चौथी है भाई ईश्वरीय माया, बंदे को रिद्धियां सिद्धियां ताकतां इदां दियां अदृष्ट ताकतां आ जानियां, जो कहना उही हो जाना, जो मंगना वो मिल जाना, जो बचन निकलने पूरे हो जाने। कोई संत बन गया, गुरमुख बन गया, ब्रह्म ज्ञानी बन गया,
कोई सिद्ध बन गया, कोई जोगी बन गया, ये सारा ईश्वरीय माया च आ जाता है। ये भी माया ही। ये मुकाम ठीक है, गुरमत के अंदर गुरमुख बनना, संत बनना, ब्रह्म ज्ञानी, ये शिखर है गुरमत की। पर उत्थे जाके निमरता झल के, प्रेम झल के, ये उस तो भी वड्डी औखी गल है। ये माया आ जाती है पर संभालनी बहुत औखी है। उत्थे भी आला दुआला जिहड़ा बड़ा गंदल जाता है, बड़े अजीब किस्म के लोग आले दुआले आ जाते आ। ते जब एक पासे लगता भी एडी उच्ची अवस्था के मालक है, तो उदों आला दुआला देखते हैं दोवें गल्लां दा सुमेल नहीं हुंदा। उत्थे भी फिर अरदास यही निकलती है, हमरी करो हद। जिड्डा वड्डा मर्जी उच्चा मुकाम आ जाए ते महाराज कहंदे मन च हमेशा रखी, यही भगत रविदास जी वाली अरदास, पल पल इन पंचन मेरा मन जो विगारियो, पल पल हर जीते अंतर पारियो वाहिगुरु। इन्हां पंज विकारां ने मेरा अंदर लीरो लीर कीता पिया है, पल पल ते वार कर रहा, मैनू इन्हां तो बचा। ते अरदास करो ते क्योंकि मन छेती नहीं ना मन दो, अजो ना पतियाए निगम पे साखी। निगम मतलब वेद पुराण शास्त्र धर्म ग्रंथ बड़े सुन ले, बड़ियां कथा सुन लिया, बड़ियां कहानियां सुन लिया, बड़ा ज्ञान सुन लिया, पर सुन तो बाद हले मन पूरा पतीजिया नहीं। गल्लां ठीक ने, कथा बड़ी सोहणिया, बड़िया सोहणिया गल्लां ने, पर मन हजे कहंदा भी कोई नहीं, देखदे आ, सोचदे आ, करदे आ, हले की होया देख, इदां दी गल लंबी खिंची जा रही है। ਉਹਦੇ ਵਿੱਚ अपना नुकसान है, गुरु ਨੂੰ कोई फर्क नहीं पैना। तो इत्थे हुण गुरु गोबिंद सिंह महाराज कवि ने, चलो समय ने अपना सफर तय कर लिया पूरा। इत्थों हुण चौपई साहब की विचार जिहड़ी आ वो सतगुरु आप कृपा करन शुरू होण लगी है। धन गुरु गोबिंद सिंह महाराज कवि बनदे आ। कवि की रसना ते रब बैठ के बोलदा है, ते उस रसना के मुखार बिंद तो जिहड़े ये बोल आउणे आ, जिहड़ी साडी नितनेम दी फिर चौथी बाणी बनदी है चौपई साहब, अमर संचार की बाणी है चौपई साहब। ते ये बचन धन गुरु गोबिंद सिंह साहब सच्चे पातशाह अपने मुखार बिंद तो उचार रहे आ। ते इन्हां शब्दां दे, इन्हां बचनां दे जिहड़े अर्थ, अखरी अर्थ होण, जिन्ने भी भाव अर्थ है, नाल नाल असीं श्री गुरु ग्रंथ साहब महाराज दे विचों भी सारे बचनां नूं विचारन दा यतन करांगे। ते जिस करके जीवन लोक सुखीए परलोक सुहेले, नानक हर प्रभ आपे मेले दे आपां सारे भागी बन सकीए। इन्नियां बेनतियां प्रवान करियो। तमाम भुलां चुकां दी खिमा आप संगत के चरणों च निमरता सहित बेनती है। अज धन धन साहिब श्री गुरु गोबिंद सिंह साहब सच्चे पातशाह जी के पावन पवित्र प्रकाश पुरब नूं समर्पित अखंड पाठ साहब प्रारंभ होणगे। कल तकरीबन सवेरे 10 बजे नगर कीर्तन सजाए जाएंगे। परसों 17 तरीक श्री अखंड पाठ साहब के भोग पैणगे। उपरंत रात 10 बजे तक निरंतर दीवान सजणगे, गुरमत समागम होणगे, जिहदे विच सिख कौम के महान ऊच कोटि के विद्वानां ने, रागी साहबाना, ढाडी साहबाना ने आप जी के दर्शन करने। धन गुरु गोबिंद सिंह साहब महाराज के चरणों नाल जोड़न का यतन करना है। सो ये 2-3 दिन सारी संगत समय चो समा कढ के जरूर आनंद प्राप्त करियो, लाहा प्राप्त करियो, सेवा करके अपने जीवन को सफल करियो। सो इन्नियां बेनतियां प्रवान होईयां। बेअंत भुलां चुकां दी खिमा। सारी संगत आनंद साहब की बाणी विच हाजरी लवाओ जी। फिर आप अरदास बेनती में जुड़ांगे। कोई रसना वांझी ना रवे, देहो सजन असीसड़ियां जो होवे, साहिब सो मेल। आनंद साहिब राम कली महला तीजा। आनंद एक ओंकार सतगुर प्रसाद। आनंद पया मेरी माए, सतगुरु मैं पाया। राग रतन परिवार परियां, शब्द गावने आईयां। कह नानक आनंद होआ, सतगुरु मैं पाया।